ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਉਹਨੂੰ ਚੱਕਿਆ ਕਿਉਂਕਿ ਇੰਗਲਿਸ਼ ਦੀ ਪੈਡਾਗੋਜੀ ਮੈਨੂੰ ਪਤਾ ਹੈ ਇਸ ਚੀਜ਼ ਬਾਰੇ ਕਿ ਬਹੁਤ ਸਭ ਨੂੰ ਔਖੀ ਲੱਗਦੀ ਹੈ। ਕਿਉਂ? ਕਿਉਂਕਿ ਇੰਗਲਿਸ਼ ਸਾਡੀ ਇੱਕ ਤਾਂ ਪ੍ਰਾਇਮਰੀ ਜ਼ਬਾਨ ਕੋਈ ਨਹੀਂ, ਸਾਡੀ ਮਾਤਰ ਭਾਸ਼ਾ ਕੋਈ ਨਹੀਂ, ਔਰ ਦੂਜਾ ਇਹਨੂੰ ਸਿੱਖਿਆ ਵੀ ਅਸੀਂ ਬਹੁਤ ਔਖੇ ਹੀ ਸਿੱਖਿਆ, ਇਹ ਤਾਂ ਗੱਲ ਸਾਰੇ ਮੰਨਦੇ ਆਪਾਂ। ਤੇ ਅੱਜ ਜਿਹੜੀ ਆਪਾਂ ਚੀਜ਼ ਦੇਖਦੇ ਹਾਂ ਕਿ ਇੰਗਲਿਸ਼ ਦੀ ਪੈਡਾਗੋਜੀ ਕਿਸ ਤਰੀਕੇ ਦੇ ਕੁਐਸਚਨ ਆਉਂਦੇ ਨੇ ਔਰ ਇੰਗਲਿਸ਼ ਦੀ ਪੈਡਾਗੋਜੀ ਹੈ ਤਾਂ ਕੀ ਚੀਜ਼ ਹੈ ਇਹਦੇ ਵਿੱਚ। ਔਰ ਇਹ ਚੀਜ਼ ਖਿਆਲ ਰੱਖਿਓ, ਜਿਹੜੀ ਆਪਾਂ ਨੇ ਸਭ ਤੋਂ ਪਹਿਲਾਂ ਵੀਡੀਓ ਕੀਤੀ ਸੀਗੀ ਉਹਦੇ ਵਿੱਚ ਡੂਜ਼ ਐਂਡ ਡੋਂਟਸ ਕੀਤੇ ਸੀ ਆਪਾਂ ਨੇ, ਔਰ ਉਹੀ ਡੂਜ਼ ਐਂਡ ਡੋਂਟਸ ਅੱਜ ਦੀ ਕਲਾਸ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਯੂਜ਼ ਹੋਣਗੇ। ਔਰ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ ਨੇ ਪਹਿਲਾਂ ਉਹ ਗੱਲ ਕੀਤੀ ਸੀ, ਅੱਜ ਉਹੀ ਗੱਲ ਇੱਥੇ ਵੀ ਅਪਲਾਈ ਹੁੰਦੀ ਹੈ ਕਿਸ ਤਰੀਕੇ ਨਾਲ, ਉਸ ਚੀਜ਼ ਨੂੰ ਮੈਂ ਤੁਹਾਡੇ ਸਾਹਮਣੇ ਨਾਲ ਰੱਖਾਂਗਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਕਿ ਪੈਡਾਗੋਜੀ ਆਫ ਇੰਗਲਿਸ਼ ਲੈਂਗੁਏਜ ਹੈ ਕੀ ਚੀਜ਼। ਆਪਾਂ ਲੈਂਗੁਏਜ ਨੂੰ ਕੀ ਸਮਝਦੇ ਹਾਂ, ਪਹਿਲੀ ਗੱਲ ਤਾਂ ਇਹ, ਔਰ ਦੂਜੀ ਫਿਰ ਇੰਗਲਿਸ਼ ਲੈਂਗੁਏਜ ਦੀ ਪੈਡਾਗੋਜੀ ਨੂੰ ਕੀ ਸਮਝਦੇ ਹਾਂ। ਕਿਉਂ? ਕਿਉਂਕਿ ਲੈਂਗੁਏਜ ਹੈ ਕੀ ਚੀਜ਼। ਲੈਂਗੁਏਜ ਆਪਾਂ ਆਮ ਤੌਰ ਤੇ ਪੰਜਾਬੀ 'ਚ ਕਹਿੰਦੇ ਹਾਂ ਭਾਸ਼ਾ ਹੈ, ਪਰ ਭਾਸ਼ਾ ਦੀ ਉਹਨੂੰ ਆਪਾਂ ਕਿਵੇਂ ਪੜ੍ਹਾਉਣਾ ਹੈ, ਦੈਟ ਇਜ਼ ਇੰਪੋਰਟੈਂਟ। ਜਿਹੜੀ ਆਪਾਂ ਨੇ ਅੱਜ ਗੱਲ ਕਰਨੀ ਹੈ ਕਿ ਟੀਚਿੰਗ ਆਫ ਇੰਗਲਿਸ਼ ਜਾਂ ਟੀਚਿੰਗ ਆਫ ਲੈਂਗੁਏਜ, ਉਹਨੂੰ ਪੜ੍ਹਾਉਣਾ ਤਾਂ ਕਿਵੇਂ ਪੜ੍ਹਾਉਣਾ। ਕਿਉਂ? ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਆਮ ਤੌਰ ਤੇ ਜਿਹੜੀ ਆਪਣੀ ਜ਼ੁਬਾਨ ਹੈ, ਮਾਤਰ ਭਾਸ਼ਾ ਹੈ, ਉਹ ਤਾਂ ਅਸੀਂ ਬਚਪਨ ਤੋਂ ਸਿੱਖਦੇ ਹਾਂ। ਕਿਉਂ? ਕਿਉਂਕਿ ਜਿਹੜੀ ਗੱਲਬਾਤ ਹੁੰਦੀ ਹੈ, ਬੱਚਾ ਜਦੋਂ ਪੈਦਾ ਹੁੰਦਾ ਹੈ ਉਹਨੂੰ ਅਸੀਂ ਕੋਈ ਸਿਖਾਉਂਦੇ ਤਾਂ ਨਹੀਂ ਅੱਖਰ ਕਿ ਤੂੰ ਕੋਈ ਸਿੱਖ ਕੇ ਤਾਂ ਨਹੀਂ ਆਉਂਦਾ ਅੱਖਰ ਉਹ ਕਿ ਮੈਂ ਮਾਂ ਬੋਲਣਾ, ਕਿ ਮੈਂ ਪਾਪਾ ਬੋਲਣਾ, ਕਿ ਮੈਂ ਡੈਡੀ ਬੋਲਣਾ, ਕਿ ਮੈਂ ਪਿਤਾ ਜੀ ਬੋਲਣਾ। ਉਹਨੂੰ ਅਸੀਂ ਦੱਸਦੇ ਹਾਂ, ਔਰ ਜਦੋਂ ਉਹ ਬਾਰ-ਬਾਰ ਕਿਸੇ ਗੱਲ ਨੂੰ ਸੁਣਦਾ ਹੈ ਤਾਂ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਜਦੋਂ ਪਿਤਾ ਦੀ ਗੱਲ ਕਰ ਰਹੇ ਤਾਂ ਇਹ ਮੇਰਾ ਕੌਣ ਲੱਗਦਾ, ਇਹ ਮੇਰਾ ਪਿਤਾ ਲੱਗਦਾ ਹੈ। ਮਾਂ ਦੀ ਗੱਲ ਕਰ ਰਹੇ ਤਾਂ ਇਹ ਮੇਰੀ ਮਾਂ ਲੱਗਦੀ ਹੈ। ਦੈਟ ਮੀਨਸ ਉਹਦੇ ਦਿਮਾਗ ਦੇ ਵਿੱਚ ਇੱਕ ਸਰੂਪ ਬਹਿ ਜਾਂਦਾ ਹੈ। ਜਦੋਂ ਆਪਾਂ ਸਕੀਮਾ ਪਿਆਜੇ 'ਚ ਪੜ੍ਹਿਆ ਸੀਗਾ ਕਿ ਇੱਕ ਸਕੀਮਾ ਬਹਿ ਜਾਂਦਾ ਹੈ ਕਿ ਜਦੋਂ ਮੈਂ ਇਹ ਜਿਹੜੀ ਲੇਡੀ ਹੈ ਇਹ ਮੇਰੀ ਮਾਂ ਹੈ, ਇਹਨੂੰ ਮੈਂ ਮਾਂ ਕਹਿ ਕੇ ਬੁਲਾਉਣਾ ਹੈ, ਇਸ ਪਰਸਨ ਨੂੰ ਮੈਂ ਆਪਣਾ ਪਿਓ ਕਹਿ ਕੇ ਬੁਲਾਉਣਾ ਹੈ। ਸੋ ਵਨਸ ਅਗੇਨ ਵਾਟ ਹੈਜ਼ ਹੈਪਨਡ ਇਨ ਦੈਟ ਪਰਟੀਕੂਲਰ ਕੇਸ, ਉਹਨੇ ਕੁਝ ਚੀਜ਼ਾਂ ਸੁਣੀਆਂ ਨੇ, ਔਰ ਸੁਣ ਕੇ ਜਿਹੜਾ ਸੀਗਾ ਅੱਜ ਉਹ ਕੁਝ ਬੋਲਣ ਲੱਗਿਆ ਤਾਂ ਉਹ ਸੁਣੇ ਦੇ ਬਿਹਾਫ ਦੇ ਉੱਤੇ ਬੋਲਣ ਲੱਗਿਆ। ਇਸ ਕਰਕੇ ਸਭ ਤੋਂ ਇੰਪੋਰਟੈਂਟ ਗੱਲ ਜਦੋਂ ਵੀ ਆਪਾਂ ਟੀਚਿੰਗ ਦੇ ਵਿੱਚ ਗੱਲ ਕਰਨੀ ਹੈ ਉਹ ਅੱਜ ਦੀ ਡੇਟ ਦੇ ਵਿੱਚ ਹੋ ਰਹੀ ਹੈ, ਦੈਟ ਇਜ਼ ਕਿ ਲਿਸਨਿੰਗ ਇਜ਼ ਵੈਰੀ ਇੰਪੋਰਟੈਂਟ ਫॉर द टीचिंग ऑफ एनी लैंग्वेज, भावें वो इंग्लिश है भावें वो कोई लैंग्वेज है। और खास तौर पर जो आप सैकेंड लैंग्वेज की गल करते हैं वो वास्ते तो यह डेफिनेटली बहुत ही इंपॉर्टेंट हो जाती है। सो जो आप मैं तुहानूं दस रहा सीगा कि आप इंग्लिश की गल करते हैं, इत्थे इहनूं आप लैंग्वेज नूं एज ए सिस्टम पढ़ते सीगे कि अंग्रेज़ां ने बेसिकली हिंदुस्तान दे अंग्रेजी थोपी सीगी। क्यों? क्योंकि वो चाहते सी क्लर्क पैदा होण और उन्हां दी जुबान दे विच ਅਸੀਂ ਕੰਮ ਕਰ ਸਕੀਏ ਔਰ ਉਸ ਕੰਮ ਦੇ ਹਿਸਾਬ ਦੇ ਨਾਲ ਉਹ ਦੇਸ਼ 'ਤੇ ਰਾਜ ਕਰ ਸਕਣ। ਉਸ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਹਿੰਦੁਸਤਾਨ 'ਚ ਫਾਰਸੀ ਚੱਲਦੀ ਸੀਗੀ, ਔਰ ਉਸ ਤੋਂ ਪਹਿਲਾਂ ਹਰ ਇੱਕ ਇਲਾਕੇ ਦੇ ਵਿੱਚ ਆਪਣੀ ਆਪਣੀ ਲੈਂਗੁਏਜ ਚੱਲਦੀ ਸੀਗੀ ਨਾ। ਫਾਰਸੀ ਕਿਉਂ ਚੱਲਦੀ ਸੀਗੀ? ਕਿਉਂਕਿ ਜਿਹੜੇ ਸਾਡੇ ਸ਼ਾਸਕ ਸੀ ਉਸ ਵੇਲੇ ਉਹਨਾਂ ਨੂੰ ਫਾਰਸੀ ਸਮਝ ਆਉਂਦੀ ਸੀ, ਇਸ ਕਰਕੇ ਉਹ ਫਾਰਸੀ ਚਲਾਉਂਦੇ ਸੀਗੇ। ਅੰਗਰੇਜ਼ ਆਏ ਤਾਂ ਉਹਨਾਂ ਨੇ ਅੰਗਰੇਜ਼ੀ ਚਲਾਉਣੀ ਸ਼ੁਰੂ ਕਰਤੀ। ਦੈਟ ਮੀਨਸ ਸਿਸਟਮ ਡਿਵੈਲਪ ਹੋਏ ਔਰ ਉਹ ਚੀਜ਼ਾਂ ਉੱਥੇ ਇੰਪਲੀਮੈਂਟ ਹੋਣੀਆਂ ਸ਼ੁਰੂ ਹੋ ਗਈਆਂ। ਪਰ ਜ਼ਰੂਰਤ ਕੀ ਹੈ? ਜਦੋਂ ਅਸੀਂ ਭਾਸ਼ਾ ਨੂੰ ਸਮਝਦੇ ਹਾਂ ਤਾਂ ਭਾਸ਼ਾ, ਜਦੋਂ ਮੈਂ ਅੰਗਰੇਜ਼ੀ ਦੀ ਗੱਲ ਕਰਦਾ ਤਾਂ ਉਹਨਾਂ ਨੇ ਅੰਗਰੇਜ਼ੀ ਕਿਹਨਾਂ ਨੂੰ ਸਿਖਾਈ? ਜਿਨ੍ਹਾਂ ਨੇ ਕਲਰਕ ਬਣਨਾ ਸੀਗਾ ਔਰ ਅੰਗਰੇਜ਼ੀ ਸਹਾਇਤਾ ਕਰਨੀ ਸੀ। ਅੱਜ ਦੀ ਡੇਟ ਦੇ ਵਿੱਚ ਜਦੋਂ ਆਪਾਂ ਇੰਗਲਿਸ਼ ਦੀ ਗੱਲ ਕਰਦੇ ਹਾਂ, ਇੱਕ ਇੰਟਰਨੈਸ਼ਨਲ ਲੈਂਗੁਏਜ ਬਣ ਚੁੱਕੀ ਹੈ ਔਰ ਕਿਤੇ ਨਾ ਕਿਤੇ ਇਹ ਹਰ ਇੱਕ ਵਾਸਤੇ ਜ਼ਰੂਰੀ ਹੋ ਗਈ ਹੈ ਕਿ ਉਹ ਇੰਗਲਿਸ਼ ਨੂੰ ਸਿੱਖੇ ਕਿਉਂਕਿ ਗਲੋਬਲਾਈਜੇਸ਼ਨ ਹੋ ਗਈ। ਸੋ ਦੈਟ ਮੀਨਸ ਨਾਓ ਇਟ ਹੈਜ਼ ਚੇਂਜ ਫਰੋਮ teaching of language as a system to teaching of language as a means of communication. So this is important कि आज ਦੀ ਤਰੀਕ ਦੇ ਵਿੱਚ ਕੋਈ ਵੀ ਭਾਸ਼ਾ ਹੈ it is a means of communication और एक system ਦਾ ਪਾਰਟ ਨਹੀਂ ਹੈ। ਔਰ purpose of teaching ਦੇ ਵਿੱਚ basically ਚਾਰ ਚੀਜ਼ਾਂ ਆ ਜਾਂਦੀਆਂ ਨੇ ਕਿ ਕਿਸ ਤਰੀਕੇ ਨਾਲ ਅਸੀਂ ਚੀਜ਼ ਨੂੰ ਸਿੱਖਣਾ ਵੀ ਹੈ। that is SRW, आम तरीका की है लाल सिंह रामूवालिया, पर लिसनिंग, स्पीकिंग, रीडिंग एंड राइटिंग। ठीक है, इन्हां चीज़ों को सीक्वेंस दे विच समझना आपाने। और जिवें तुहानूं कहा कि इहनूं असीं निमोनिक किवें लैंदे लाल सिंह रामूवालिया, इस तरह याद रखियो, तुहानूं ये चीज़ याद रहेगी। ये सो
ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਲਿਸਨਿੰਗ ਦੇ ਉੱਤੇ ਚੱਲਦੇ ਹਾਂ ਕਿ ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦ ਤੱਕ ਅਸੀਂ ਕਿਸੇ ਚੀਜ਼ ਨੂੰ ਪ੍ਰੋਪਰਲੀ ਸੁਣ ਨਹੀਂ ਲੈਂਦੇ ਤਾਂ ਅਸੀਂ ਉਹਨੂੰ ਬੋਲ ਵੀ ਨਹੀਂ ਸਕਦੇ, ਅਸੀਂ ਉਹਨੂੰ ਪ੍ਰੋਨਾਉਂਸ ਵੀ ਨਹੀਂ ਕਰ ਸਕਦੇ, ਅਸੀਂ ਉਹਨੂੰ ਲਿਖਣ ਦੇ 'ਚ ਸਮਰਥ ਹੋਵਾਂਗੇ। ਸੋ ਦੈਟ ਮੀਨਸ ਸਾਡਾ ਫੋਕਸ ਕਿਸ ਤੇ ਹੋਣਾ ਚਾਹੀਦਾ ਹੈ। ਜੇ ਕਿਸੇ ਨੇ ਕੋਈ ਚੰਗੀ ਲੈਂਗੁਏਜ ਸਿੱਖ ਕੇ ਉਹਨੂੰ ਪੜ੍ਹਨਾ ਹੈ ਔਰ ਉਹਨੂੰ ਲਿਖਣਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਹਨੂੰ ਲਿਸਨਿੰਗ ਆਉਣੀ ਚਾਹੀਦੀ ਹੈ, ਫਿਰ ਉਹਦੀ ਜੇ ਸੁਣੇਗਾ ਤਾਂ ਉਹ ਬੋਲ ਵੀ ਸਕੇਗਾ। So first is listening and then goes to speaking. So listening is important for comprehension of ideas and formulation of concepts. ਹਾਂਜੀ, ਨੈਕਸਟ ਇਜ਼ ਸੋ ਜਿਹੜੀ ਲਿਸਨਿੰਗ ਹੈਗੀ ਹੈ ਜੋ ਮੈਂ ਤੁਹਾਨੂੰ ਦੱਸਿਆ, ਇਟ ਪੇਵਸ ਦਾ ਵੇ ਫॉर ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਕਿਉਂਕਿ ਬੇਸਿਕ ਤਾਂ ਇਹੀ ਹੋਇਆ ਨਾ ਕਿ ਜਦੋਂ ਅਸੀਂ ਕੋਈ ਚੀਜ਼ ਨੂੰ ਸੁਣ ਰਹੇ ਹਾਂ ਤਾਂ ਉਸ ਤੋਂ ਹੀ ਅੱਗੇ ਚੱਲਾਂਗੇ ਨਾ। ਸੋ ਉਸ ਤੋਂ ਬਾਅਦ ਹੀ ਅਸੀਂ ਬੋਲ ਸਕਾਂਗੇ, ਉਸ ਤੋਂ ਬਾਅਦ ਹੀ ਲਿਖ ਸਕਾਂਗੇ, ਉਸ ਤੋਂ ਬਾਅਦ ਹੀ ਅਸੀਂ ਉਹਨੂੰ ਪੜ੍ਹ ਸਕਾਂਗੇ ਤੇ ਲਿਖ ਸਕਾਂਗੇ ਉਹ। ਸੋ ਜਿਹੜੀ ਲਿਸਨਿੰਗ ਹੈ ਉਹ ਕਿੰਨੇ ਤਰੀਕਿਆਂ ਦੀ ਹੋ ਸਕਦੀ ਹੈ। ਇੱਕ ਕੈਜੂਅਲ ਵੀ ਹੋ ਸਕਦੀ ਹੈ ਤੇ ਫੋਕਸ ਵੀ ਹੋ ਸਕਦੀ ਹੈ ਨਾ। ਇਸ ਤਰੀਕੇ ਦੇ ਕੁਐਸਚਨ ਬਣ ਜਾਂਦੇ ਨੇ, ਲਿਸਨਿੰਗ ਕੈਜੂਅਲ, ਲਿਸਨਿੰਗ ਫੋਕਸਡ। ਇਹਦਾ ਕੀ ਮਤਲਬ ਹੋਇਆ? ਕੈਜੂਅਲ ਦਾ ਕੀ ਮਤਲਬ ਹੋਇਆ? ਠੀਕ ਹੈ, ਕਿਸੇ ਨੇ ਕੋਈ ਗੱਲ ਕਹੀ, ਮੈਂ ਸੁਣ ਰਿਹਾ, ਠੀਕ ਹੈ ਜੀ, ਪਰ ਮੈਂ ਉਹਦੇ ਉੱਤੇ ਬਹੁਤਾ ਧਿਆਨ ਨਹੀਂ ਦਿੱਤਾ, ਦੈਟ ਇਜ਼ ਕੈਜੂਅਲ ਲਿਸਨਿੰਗ ਆਲਸੋ। ਠੀਕ ਹੈ ਜੀ, ਕੋਈ ਗੱਲਬਾਤ ਕਰ ਰਿਹਾ, ਮੈਂ ਓਵਰਹੀਅਰ ਕਰ ਰਿਹਾ, ਮੈਂ ਸੁਣ ਰਿਹਾ, ਦੈਟਸ ਕੈਜੂਅਲ ਲਿਸਨਿੰਗ ਆਲਸੋ। ਆਪਸ ਦੇ ਵਿੱਚ ਕੋਈ ਚਾਰ ਬੰਦੇ ਗੱਲ ਕਰ ਰਹੇ ਨੇ, ਕੈਜੂਅਲ ਹੋ ਰਹੀ ਹੈ। ਫੋਕਸਡ, ਜਦੋਂ ਕਿਸੇ ਇੱਕ ਵਿਸ਼ੇ ਦੇ ਉੱਤੇ ਫੋਕਸ ਕਰਕੇ ਅਸੀਂ ਕਿਸੇ ਚੀਜ਼ ਨੂੰ ਸੁਣੀਏ, ਉਹਦਾ ਮਤਲਬ ਹੋ ਗਿਆ ਫੋਕਸ ਹੋ ਗਿਆ। ਔਰ ਇਹਨੂੰ ਵੀ ਅਸੀਂ ਦੋ ਤਰੀਕੇ 'ਚ ਵੰਡਦੇ ਹਾਂ, ਇੰਟੈਂਸਿਵ ਲਿਸਨਿੰਗ ਐਂਡ ਐਕਸਟੈਂਸਿਵ ਲਿਸਨਿੰਗ। ਠੀਕ ਹੈ ਜੀ, ਇੰਟੈਂਸਿਵ ਲਿਸਨਿੰਗ ਕੀ ਹੁੰਦੀ ਹੈ ਤੇ ਐਕਸਟੈਂਸਿਵ ਲਿਸਨਿੰਗ ਕੀ ਹੁੰਦੀ ਹੈ? ਇੰਟੈਂਸਿਵ ਦਾ ਬੇਸਿਕਲੀ ਮਤਲਬ ਕੀ ਹੋ ਗਿਆ ਸਾਡੇ ਕੋਲ? ਇਹ ਆਪਾਂ ਕਹਿੰਦੇ ਹਾਂ ਜੀ ਇੰਟੈਂਸਿਵ ਲਿਸਨਿੰਗ ਹੁੰਦੀ ਹੈ ਸਾਡੀ ਉਹ ਜਦੋਂ ਕਿ ਗਹਿਨ, ਠੀਕ ਹੈ ਜੀ, ਜਾਂ ਸੂਖਮ, ਠੀਕ ਹੈ, ਗਹਿਨ ਜਾਂ ਸੂਖਮ ਹੋ ਗਈ ਸਾਡੀ ਉਹ ਸੁਣਨਾ ਹੋ ਗਿਆ ਉਹ। ਕਿਉਂ? ਕਿਉਂਕਿ ਅਸੀਂ ਬਹੁਤ ਧਿਆਨ ਨਾਲ ਸੁਣਦੇ ਹਾਂ ਉਸ ਵੇਲੇ। ਕੋਈ ਤੁਸੀਂ ਕਿਸੇ ਨੂੰ ਪੁੱਛੋ ਕਿ ਮੈਂ ਜੀ ਜਾਣਾ ਹੈ, ਮੈਂ 17 ਸੈਕਟਰ ਜਾਣਾ, ਮੈਂ ਚੰਡੀਗੜ੍ਹ 'ਚ ਖੜਾ ਅੱਜ ਇੱਥੇ, ਤੇ ਕੋਈ ਬੰਦਾ ਜਿਹੜਾ ਸੀਗਾ ਉਹ ਚੰਡੀਗੜ੍ਹ 'ਚ ਪਹਿਲੀ ਵਾਰ ਆਇਆ ਤੇ ਕਹੇ ਕਿ ਜੀ ਮੈਂ 17 ਸੈਕਟਰ ਜਾਣਾ ਤੇ ਮੈਨੂੰ ਰਸਤਾ ਦੱਸੋਗੇ? ਜਦੋਂ ਉਹਨੂੰ ਬੰਦਾ ਕੋਈ ਗੱਲ ਦੱਸੇਗਾ ਤਾਂ ਉਹਨੂੰ ਧਿਆਨ ਨਾਲ ਸੁਣੇਗਾ। ਕਿਉਂ? ਕਿਉਂਕਿ ਉਹਦਾ ਇੰਟਰਸਟ ਹੈ ਕਿ ਉਹਨੇ ਰਸਤੇ ਤੇ ਪਹੁੰਚਣਾ, ਇਸ ਕਰਕੇ ਉਹ ਧਿਆਨ ਨਾਲ ਸੁਣੇਗਾ ਕਿ ਪਹਿਲਾਂ ਤੁਸੀਂ ਸਿੱਧੇ ਜਾਣਾ ਤੇ ਫਿਰ ਤੁਸੀਂ ਖੱਬੇ ਮੁੜ ਜਾਓ, ਫਿਰ ਉੱਥੋਂ ਤੁਸੀਂ ਸੱਜੇ ਮੁੜ ਜਾਣਾ। ਸੋ ਦੈਟ ਮੀਨਸ ਦੈਟ ਇਜ਼ ਇੰਟੈਂਸਿਵ ਲਿਸਨਿੰਗ। ਇੰਟੈਂਸਿਵ ਲਿਸਨਿੰਗ ਵੀ ਸੂਖਮ, ਧਿਆਨ ਨਾਲ ਸੁਣਨਾ। ਔਰ ਐਕਸਟੈਂਸਿਵ ਲਿਸਨਿੰਗ ਕੀ ਹੋ ਗਿਆ ਕਿ ਰੇਡੀਓ ਦੇ ਉੱਤੇ ਖਬਰਾਂ ਆ ਰਹੀਆਂ ਨੇ, ਠੀਕ ਹੈ ਜੀ, ਜਾਂ ਕੋਈ ਸਪੀਕਰ ਬੋਲ ਰਿਹਾ, ਮੈਂ ਉਹਦੀ ਗੱਲ ਸੁਣ ਤਾਂ ਰਿਹਾ ਪਰ ਇੰਨੇ ਧਿਆਨ ਨਾਲ ਨਹੀਂ ਕਿ ਵੀ ਜਿਹੜਾ ਮੈਂ ਇੱਕ ਗੱਲ ਜਿਹੜੀ ਸੀਗੀ ਉਹਨੂੰ ਪੂਰੇ ਤਰੀਕੇ ਨਾਲ ਦਿਮਾਗ 'ਚ ਬਿਠਾ ਲਿਆ। ਸੋ ਉਹ ਸਾਡੀ ਲਿਸਨਿੰਗ ਕਿਹੜੀ ਹੋ ਜਾਏਗੀ? ਉਹ ਸਾਡੀ ਉਹ ਸਥੂਲ ਹੋ ਜਾਏਗੀ, ਜਾਂ ਅਸੀਂ ਉਹਨੂੰ ਐਕਸਟੈਂਸਿਵ, ਉਹਨੂੰ ਸਥੂਲ ਵੀ ਕਹਿ ਦਿੰਦੇ ਹਾਂ ਪੰਜਾਬੀ 'ਚ ਅਸੀਂ, ਠੀਕ ਹੈ। ਇਹ ਹੈ ਸੂਖਮ, ਇਹ ਸੂਖਮ ਹੋ ਜਾਏਗੀ ਤੇ ਉਹ ਸਥੂਲ ਹੋ ਜਾਏਗੀ ਉਹ। ਸੋ ਦੈਟ ਇਜ਼ ਐਕਸਟੈਂਸਿਵ ਲਿਸਨਿੰਗ। ਗੁੱਡ ਲਿਸਨਿੰਗ ਐਕਟੀਵਿਟੀ ਜਿਹੜੀ ਸੀਗੀ, ਇਟ ਇਜ਼ ਬਿਲਡ ਅਰਾਊਂਡ, ਕਈ ਵਾਰ ਅਸੀਂ ਹੁਣ ਟੀਚਰ ਦਾ ਕੰਮ ਕੀ ਹੈ ਇਹਦੇ ਵਿੱਚ? ਗੱਲ ਇਹ ਹੈਗੀ ਹੈ ਕਿ ਟੀਚਰ ਨੇ ਕੀ ਕਰਨਾ ਹੈ ਕਲਾਸ ਦੇ ਵਿੱਚ, ਠੀਕ ਹੈ ਜੀ। ਸੋ ਹੀ ਸ਼ੁੱਡ ਬਿਲਡ ਅਰਾਊਂਡ ਅ ਟਾਸਕ। ਲਿਸਨਿੰਗ ਐਕਟੀਵਿਟੀ ਨੂੰ ਜੇ ਅਸੀਂ ਕਿਸੇ ਟਾਸਕ ਨਾਲ ਐਸੋਸੀਏਟ ਕਰ ਦੇਵੇ, ਕਿਸੇ ਕੰਮ ਦੇ ਨਾਲ ਐਸੋਸੀਏਟ ਕਰ ਦੇਵੇ, ਤਾਂ ਕਿ ਬੱਚਿਆਂ ਨੂੰ ਉਹ ਚੀਜ਼ ਜਿਹੜੀ ਸੀ ਸਮਝ ਆਉਣੀ ਸ਼ੁਰੂ ਹੋ ਜਾਏ ਔਰ ਉਸ ਚੀਜ਼ ਨੂੰ ਉਹ ਇੰਜੋਏ ਕਰਨਾ ਸ਼ੁਰੂ ਕਰ ਦੇਣ। ਇਸ ਚੀਜ਼ ਦੇ ਉੱਤੇ ਆਪਾਂ ਦੁਬਾਰਾ ਅੱਗੇ ਆਵਾਂਗੇ, ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਦਿਸ ਇਜ਼ ਡਨ ਆਲਸੋ। ਸੋ ਕਲਾਸ ਦੇ ਕੋਈ ਐਕਟੀਵਿਟੀ ਕੀਤੀ ਜਾਵੇ ਔਰ ਬੱਚਿਆਂ ਦੇ ਨਾਲ ਉਸ ਨੂੰ ਕਿਹਾ ਜਾਵੇ ਕਿ ਇਹਨੂੰ ਸੁਣੋ, ਔਰ ਉਹਦੇ ਬੇਸਿਸ ਦੇ ਉੱਤੇ ਜਿਹੜਾ ਸੀਗਾ ਉਸ ਚੀਜ਼ ਨੂੰ ਉਹ ਅੰਡਰਸਟੈਂਡ ਕਰਨਗੇ ਉਹ। ਸੋ ਜਿਵੇਂ ਕਲਾਸ 'ਚ ਟੀਚਰ ਇੱਕ ਬਾਲ ਲੈ ਕੇ ਆ ਗਿਆ, ਔਰ ਹੁਣ ਛੋਟੇ ਬੱਚੇ ਨੇ, ਬੇਸਿਕਲੀ ਆਪਾਂ ਗੱਲ ਕੀ ਕਰ ਰਹੇ ਹਾਂ, ਕਿਸੇ ਚੀਜ਼ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਸਿਖਾਉਣ ਦੀ ਗੱਲ ਕਰ ਰਹੇ ਹਾਂ ਆਪਾਂ, ਤਾਂ ਉਹਦੇ ਵਿੱਚ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਅਸੀਂ ਬੇਸ ਤੋਂ ਸ਼ੁਰੂ ਕੀਤਾ। ਹੁਣ ਟੀਚਰ ਇੱਕ ਬਾਲ ਲੈ ਕੇ ਆ ਗਿਆ ਉਸ ਦੇ ਉਹ, ਠੀਕ ਹੈ, ਪੰਜਾਬੀ 'ਚ ਕੀ ਕਹਿੰਦੇ ਆਪਾਂ? ਕਹਿੰਦੇ ਗੇਂਦ। ਇਹ ਕੀ ਹੈ? ਇਹ ਗੇਂਦ ਹੈ। ਦਿਸ ਇਜ਼ ਕਾਲਡ ਅ ਬਾਲ। ਹਾਂਜੀ, ਤਾਂ ਬੱਚਿਆਂ ਨੂੰ ਕਿਹਾ ਜਾਂਦਾ ਕਿ ਯੂ ਰਿਪੀਟ, ਮੇਰੇ ਪਿੱਛੇ ਰਿਪੀਟ ਕਰੋ ਤੁਸੀਂ, ਦਿਸ ਇਜ਼ ਅ ਬਾਲ। ਵਾਟ ਇਜ਼ ਇਟ? ਦਿਸ ਇਜ਼ ਅ ਬਾਲ। ਠੀਕ ਹੈ। ਸੋ ਕੀ ਹੋ ਗਿਆ? ਬੱਚੇ ਨੂੰ ਸਮਝ ਆ ਗਿਆ ਕਿ ਇਹ ਜਿਹੜੀ ਗੇਂਦ ਹੈਗੀ ਹੈ, ਇਹਨੂੰ ਅੰਗਰੇਜ਼ੀ 'ਚ ਕੀ ਕਿਹਾ ਜਾਂਦਾ? ਇਹਨੂੰ ਬਾਲ ਕਿਹਾ ਜਾਂਦਾ ਹੈ। ਠੀਕ ਹੈ ਜੀ। ਕੋਈ ਟੀਚਰ ਬੈਟ ਲੈ ਕੇ ਆ ਗਿਆ, ਇਹ ਕੀ ਹੈ? ਇਹ ਬੱਲਾ ਹੈ। ਠੀਕ ਹੈ ਜੀ। ਨਾਓ ਦਿਸ ਇਜ਼ ਅ ਬੈਟ। ਇਹਨੂੰ ਕੀ, what is it called? It is called a bat.
ਸੋ ਇਸ ਤਰੀਕੇ ਦੀਆਂ ਐਕਟੀਵਿਟੀ ਜਿਹੜੀਆਂ ਸੀਗੀਆਂ ਜਦੋਂ ਬੱਚਿਆਂ ਨਾਲ ਕੀਤੀਆਂ ਜਾਂਦੀਆਂ, ਬੱਚਾ ਦੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਇਹ ਗੱਲ ਕਿ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਔਰ ਉਹ ਅੱਖਰਾਂ ਦੀ ਜਿਹੜੀ ਪਹਿਚਾਣ ਉਹਦੇ ਦਿਮਾਗ ਦੇ ਵਿੱਚ ਆ ਜਾਂਦੀ ਹੈ। ਦੈਟ ਇਜ਼ ਇਹ ਲਿਸਨਿੰਗ ਦਾ ਪਾਰਟ ਜਿਹੜਾ ਸੀਗਾ, ਦੈਟ ਇਜ਼ ਵੈਰੀ ਇੰਪੋਰਟੈਂਟ ਹੇਅਰ ਆਲਸੋ। ਆਰਟ ਆਫ ਮੇਕਿੰਗ ਲਿਸਨਿੰਗ ਇੰਜੋਏਬਲ, ਕਿ ਖਬਰਾਂ ਜਿਹੜੀਆਂ ਸੀਗੀਆਂ ਉਹ ਸੁਣਨੀਆਂ ਚਾਹੀਦੀਆਂ ਨੇ ਜਾਂ ਸੁਣਾਈਆਂ ਜਾਣੀਆਂ ਚਾਹੀਦੀਆਂ ਨੇ। ਵੈਦਰ ਫੋਰਕਾਸਟ, ਨਿਊਜ਼, ਇਹ ਬੇਸਿਕਲੀ ਜਦੋਂ ਆਪਾਂ ਗੱਲ ਕਰ ਰਹੇ ਸੀ ਨਾ ਕਿ ਕਿਸ ਤਰੀਕੇ ਦੀ ਲਿਸਨਿੰਗ ਹੁੰਦੀ ਹੈ, ਇਟ ਇਜ਼ ਅ ਕਾਈਂਡ ਵਨਸ ਕਿਹੜੀ ਤਰ੍ਹਾਂ ਦੀ ਲਿਸਨਿੰਗ ਹੋਗੀ ਇਹ ਐਕਸਟੈਂਸਿਵ ਲਿਸਨਿੰਗ ਹੈ। ਇਹ ਕਿਹੜੀ ਤਰ੍ਹਾਂ ਦੀ ਲਿਸਨਿੰਗ ਹੈ? ਇਹ ਐਕਸਟੈਂਸਿਵ। ਜਦੋਂ ਬੱਚਿਆਂ ਨੂੰ ਅੱਛੀ ਭਾਸ਼ਾ ਸਿਖਾਣੀ ਹੋਵੇ ਤਾਂ ਉਹਦੇ ਵਾਸਤੇ ਕੀ ਕਰਨਾ ਚਾਹੀਦਾ, ਤਾਂ ਉਹਦੇ ਵਾਸਤੇ ਕੀ ਦੱਸਣਾ ਚਾਹੀਦਾ, ਬੱਚਿਆਂ ਨੂੰ ਸੁਣਾਉਣਾ ਚਾਹੀਦਾ, ਉਹਨਾਂ ਨੂੰ ਖਬਰਾਂ ਸੁਣਾਉਣੀਆਂ ਚਾਹੀਦੀਆਂ ਨੇ। ਆਮ ਤੌਰ ਤੇ ਜਿੰਨੇ ਵੀ ਚੰਗੇ ਟੀਚਰ ਨੇ ਉਹ ਹਮੇਸ਼ਾ ਕਹਿਣਗੇ ਜੇ ਕਿਸੇ ਨੇ ਅੰਗਰੇਜ਼ੀ ਚੰਗੀ ਸਿੱਖਣੀ ਹੈ ਤਾਂ ਇੰਗਲਿਸ਼ ਨਿਊਜ਼ ਨੂੰ ਸੁਣੋ, ਔਰ ਖਾਸ ਤੌਰ ਤੇ ਅਸੀਂ ਕਹਿੰਦੇ ਕਿ ਜੇ ਫੋਰਕਾਸਟ ਸੁਣੋ। ਸੋ ਇਸ ਤਰੀਕੇ ਦੀ ਜਿਹੜੀ ਖਬਰਾਂ ਚੀਜ਼ਾਂ ਸੀ ਤੁਹਾਨੂੰ ਸੁਣਨੀਆਂ ਚਾਹੀਦੀਆਂ ਨੇ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਕਿ ਲਿਸਨਿੰਗ ਦੀ ਐਕਟੀਵਿਟੀਜ਼ ਨੂੰ ਜਿਹੜਾ ਸੀਗਾ ਇਹ ਆਪਾਂ ਹੋਰ ਮਜ਼ੇਦਾਰ ਬਣਾ ਸਕਦੇ ਹਾਂ ਜਾਂ ਆਪਾਂ ਇੰਟਰਸਟਿੰਗ ਬਣਾ ਸਕਦੇ ਹਾਂ। ਇਹਦੇ ਵਿੱਚ ਕਿਵੇਂ ਅਸੀਂ ਇਸ ਨੂੰ ਹੋਰ ਇੰਜੋਏਬਲ ਕਿਵੇਂ ਬਣਾ ਸਕਦੇ ਹਾਂ, ਠੀਕ ਹੈ ਜੀ। ਆਮ ਤੌਰ ਤੇ ਜਿਹੜਾ ਸੀਗਾ ਨਾਓ ਦੇਰ ਆਰ ਡਿਫਰੈਂਟ ਤਰੀਕੇ ਅਲੱਗ-ਅਲੱਗ ਹੈਗੇ ਨੇ ਔਰ ਉਹ ਤਰੀਕਿਆਂ ਨੂੰ ਆਪਾਂ ਜਿਹੜਾ ਸੀਗਾ ਡਿਸਕਸ ਕਰਾਂਗੇ। ਨਾਓ ਸਮ ਟਾਈਮ ਵੀ ਸੇ ਬੱਚਿਆਂ ਨੂੰ ਕਿਹਾ ਜਾਂਦਾ ਕਿ ਉਹਨਾਂ ਨੂੰ ਸਮਝਾਉਣ ਵਾਸਤੇ ਨਾਓ ਰੇਜ਼ ਯੋਰ ਹੈਂਡ, ਠੀਕ ਹੈ ਜੀ। ਟੀਚਰ ਨੇ ਵੀ ਹੱਥ ਰੇਜ਼ ਕੀਤਾ, ਬੱਚਿਆਂ ਨੂੰ ਕਿਹਾ ਰੇਜ਼ ਯੋਰ ਹੈਂਡ। ਹੁਣ ਹੋ ਕੀ ਰਿਹਾ ਉਹਦੇ ਨਾਲ, ਉਹ ਬੱਚਿਆਂ ਨੂੰ ਪਤਾ ਲੱਗ ਰਿਹਾ ਕਿ ਜਦੋਂ ਟੀਚਰ ਕਹਿ ਰਿਹਾ ਰੇਜ਼ ਯੋਰ ਹੈਂਡ ਤਾਂ ਤੁਸੀਂ ਕੀ ਕਰਨਾ, ਹੱਥ ਉੱਪਰ ਕਰ ਲੈਣਾ। ਇਹਦਾ ਮਤਲਬ ਕੀ ਹੋਇਆ? ਰੇਜ਼ ਯੋਰ ਹੈਂਡ ਦਾ ਕੀ ਮਤਲਬ ਹੋਇਆ ਕਿ ਹੱਥ ਆਪਣਾ ਉੱਪਰ ਕਰੋ। ਇੱਕ ਐਕਟੀਵਿਟੀ ਸ਼ੁਰੂ ਹੋ ਗਈ। ਕੀਪ ਯੋਰ ਹੈਡ ਔਨ ਯੋਰ ਹੈਡ, ਆਪਣੇ ਸਿਰ ਦੇ ਉੱਤੇ ਆਪਣਾ ਹੱਥ ਰੱਖੋ। ਸੋ ਬੱਚਿਆਂ ਨੂੰ ਵੋਕੈਬ ਵੀ ਵੱਧ ਰਹੀ ਹੈ ਇਹਦੇ ਨਾਲ, ਔਰ ਬੱਚਿਆਂ ਨੂੰ ਸਮਝ ਵੀ ਆ ਰਿਹਾ ਹੈ ਕਿ ਇਹ ਜਿਹੜੀ ਸੈਂਟੈਂਸ ਬੋਲਿਆ ਜਾ ਰਿਹਾ ਹੈ ਇਹਦਾ ਮਤਲਬ ਕੀ ਹੈ। ਬੱਚਿਆਂ ਨੂੰ ਜਦੋਂ ਕੰਨ ਦੇ ਵਿੱਚ ਪੈ ਰਿਹਾ ਹੈ ਰੇਜ਼ ਯੋਰ ਹੈਂਡ, ਰੇਜ਼ ਯੋਰ ਹੈਂਡ ਦਾ ਮਤਲਬ ਕੀ ਆ ਰਿਹਾ ਹੈ? ਤੁਸੀਂ ਆਪਣਾ ਹੱਥ ਉੱਪਰ ਚੱਕੋ। ਕੀਪ ਦਾ ਹੈਂਡ ਔਨ ਯੋਰ ਹੈਡ, ਆਪਣਾ ਹੱਥ ਸਿਰ ਦੇ ਉੱਤੇ ਰੱਖੋ। ਜਦੋਂ ਟੀਚਰ ਇਹ ਬੋਲ ਰਿਹਾ ਇੱਕ ਸੈਂਟੈਂਸ ਜਿਹੜਾ ਸੀਗਾ ਉਹਦੀ ਕੰਪਰੀਹੈਂਸ਼ਨ ਬੱਚੇ ਨੂੰ ਹੋ ਰਹੀ ਹੈ ਔਰ ਐਕਟੀਵਿਟੀ ਦੇ ਨਾਲ ਹੋ ਰਹੀ ਹੈ, ਉਹਦੇ ਨਾਲ ਬੱਚਾ ਲਿਸਨਿੰਗ ਦਾ ਇੱਕ ਉਹਨੂੰ ਜ਼ਿਆਦਾ ਮਜ਼ਾ ਵੀ ਆਉਂਦਾ ਹੈ ਔਰ ਉਹਨੂੰ ਪਤਾ ਵੀ ਲੱਗਦਾ ਹੈ। ਸੋ ਲਿਸਨਿੰਗ ਤੋਂ ਬਾਅਦ ਲਾਲ ਸਿੰਘ ਰਾਮੂਵਾਲੀਆ, ਲਿਸਨਿੰਗ ਹੋ ਗਿਆ ਤਾਂ ਉਸ ਤੋਂ ਬਾਅਦ ਕੀ ਆਇਆ? ਸਪੀਕਿੰਗ ਆਇਆ ਤੁਹਾਡਾ। ਸੋ ਲੈਂਗੁਏਜ ਇਜ਼ ਪ੍ਰਾਇਮਰੀਲੀ ਸਪੀਚ, ਜ਼ੁਬਾਨ ਭਾਸ਼ਾ ਹੈ ਕੀ? ਸਪੀਚ ਹੀ ਹੈ, ਠੀਕ ਹੈ ਜੀ। ਔਰ ਤੁਸੀਂ ਦੇਖੋਗੇ ਕਿ ਲੈਂਗੁਏਜ ਦੁਨੀਆ ਦੇ ਵਿੱਚ ਕੋਈ ਇੱਕ ਲੈਂਗੁਏਜ ਨਹੀਂ ਹੈਗੀ। ਦੁਨੀਆ ਦੇ ਵਿੱਚ ਈਵਨ ਹਿੰਦੁਸਤਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕੋਈ ਕਿਹਾ ਜਾਂਦਾ ਕਿ 500 ਤੋਂ ਜ਼ਿਆਦਾ ਲੈਂਗੁਏਜਸ ਹੋਣਗੀਆਂ, ਕਿਸੇ ਵੇਲੇ 5000 ਤੋਂ ਜ਼ਿਆਦਾ ਲੈਂਗੁਏਜਸ ਸੀਗੀਆਂ ਇਹ। ਸੋ ਕਿਉਂਕਿ ਭਾਸ਼ਾ ਜਿਹੜੀ ਸੀਗੀ ਉਹ ਅਲੱਗ-ਅਲੱਗ ਇਲਾਕੇ ਦੀ ਅਲੱਗ-ਅਲੱਗ ਭਾਸ਼ਾ ਹੈ। ਦੈਟ ਮੀਨਸ ਲੈਂਗੁਏਜ ਕੀ ਹੈ? ਬੇਸਿਕਲੀ ਇਹ ਇੱਕ ਤਰ੍ਹਾਂ ਦੀ ਸਪੀਚ ਹੈ। ਔਰ ਕਈ ਲੈਂਗੁਏਜਸ ਤਾਂ ਐਸੀਆਂ ਹੈਗੀਆਂ ਨੇ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਪਰ ਉਹਨਾਂ ਕੋਈ ਸਕ੍ਰਿਪਟ ਹੈ ਨਹੀਂ। ਚਾਈਨੀਜ਼ ਭਾਸ਼ਾ ਹੈ, ਉਹਨਾਂ ਦੇ ਆਰ ਫਿਗਰੇਟਿਵ, ਉਹਨਾਂ ਦੇ ਹਰ ਇੱਕ ਅੱਖਰ ਦਾ ਇੱਕ ਡਾਇਗਰਾਮ ਬਣਦੀ ਹੈ। ਆਪਣੇ ਜਿਵੇਂ ਤਾਂ ਅੰਗਰੇਜ਼ੀ ਦੇ ਵਿੱਚ ABC ਹੈ, ਅਸੀਂ CAT ਕੈਟ ਕਹਿ ਦਿੰਦੇ, BAT ਬੈਟ ਕਹਿ ਦਿੰਦੇ ਹਾਂ। ਉੱਥੇ ਹਰ ਇੱਕ ਬੈਟ ਵਾਸਤੇ ਵੀ ਇੱਕ ਤਸਵੀਰ ਬਣਦੀ ਹੈ, ਕੈਟ ਵਾਸਤੇ ਵੀ ਤਸਵੀਰ ਬਣਦੀ ਹੈ, ਡੌਗ ਵਾਸਤੇ ਵੀ ਤਸਵੀਰ ਬਣਦੀ ਹੈ। ਉਹਨਾਂ ਨੇ ਆਪਣੇ ਆਪਣੇ ਤਰੀਕੇ ਬਣਾਏ ਹੋਏ ਨੇ। ਸੋ ਬੇਸਿਕਲੀ ਵਨਸ ਅਗੇਨ ਹੋ ਕੀ ਰਿਹਾ ਹੈ? ਇਹਦਾ ਮਤਲਬ ਕੀ ਕਿ ਜਦੋਂ ਅਸੀਂ ਕੋਈ ਅੱਖਰ ਲਿਖਦੇ ਹਾਂ ਔਰ ਬੱਚੇ ਨੇ ਕੱਲ ਨੂੰ ਉਹ ਅੱਖਰ ਪੜ੍ਹਨਾ ਹੈ ਤਾਂ ਉਹ ਅੱਖਰ ਦੀ ਬਣਤਰ ਤੋਂ ਸਮਝਦਾ ਹੈ ਕਿ ਇਹ ਕੀ ਲਿਖਿਆ ਹੋਇਆ। ਉਸ ਚੀਜ਼ ਨੂੰ ਆਪਾਂ ਹੋਰ ਅੱਗੇ ਜਾ ਕੇ ਕਰਾਂਗੇ। ਸੋ ਆਪਾਂ ਗੱਲ ਕੀ ਕਰ ਰਹੇ ਹਾਂ ਕਿ ਬਹੁਤ ਸਾਰੀ ਲੈਂਗੁਏਜਸ ਐਸੀਆਂ ਨੇ ਜਿਨ੍ਹਾਂ ਦਾ ਕੋਈ ਸਕ੍ਰਿਪਟ ਹੈ ਨਹੀਂ। ਸੋ ਲੈਂਗੁਏਜ ਇਜ਼ ਲਰਨਡ ਬਾਈ ਸਪੀਕਿੰਗ। ਜੋ ਭਾਸ਼ਾ ਨੂੰ ਕਿਵੇਂ ਸਿੱਖਿਆ ਜਾਂਦਾ ਹੈ? ਉਹਨੂੰ ਬੋਲ ਕੇ ਸਿੱਖਿਆ ਜਾਂਦਾ ਹੈ। ਪਹਿਲਾਂ ਸੁਣ ਕੇ ਫਿਰ ਬੋਲ ਕੇ ਸਿੱਖਿਆ ਜਾਂਦਾ ਹੈ। ਮੈਂ ਤੁਹਾਨੂੰ ਦੱਸਿਆ ਸੀਗਾ ਉਹੀ ਲਾਲ ਸਿੰਘ ਰਾਮੂਵਾਲੀਆ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਸਭ ਤੋਂ ਪਹਿਲਾਂ ਲਿਸਨਿੰਗ ਫਿਰ ਸਪੀਕਿੰਗ ਆਰ ਟਾਟ ਇਨ ਕੁਇਕ ਸਕਸੈਸ਼ਨ। ਤੇ ਇਸ ਕਰਕੇ ਜਿਹੜੇ ਸੀਗੀ ਸੁਣਨਾ ਤੇ ਬੋਲਣਾ ਇਹ ਨਾਲ ਦੀ ਨਾਲ ਜਿਹੜਾ ਸੀ ਸ਼ੁਰੂ ਹੋ ਜਾਂਦੀ। ਸਾਨੂੰ ਟੀਚਰ ਨੂੰ ਕੀ ਕਰਨਾ ਚਾਹੀਦਾ ਹੈ? ਐਨਕਰੇਜ ਸਟੂਡੈਂਟਸ ਟੂ ਸਪੀਕ ਸਮਾਲ ਐਂਡ ਸਿੰਪਲ ਡਾਇਲੌਗਸ। ਤਾਂ ਟੀਚਰ ਨੂੰ ਕਲਾਸ ਕੀ ਕਰਨਾ ਚਾਹੀਦਾ? ਬੱਚਿਆਂ ਨੂੰ ਐਨਕਰੇਜ ਕਰਨਾ ਚਾਹੀਦਾ ਹੈ ਕਿ ਉਹ ਛੋਟੇ ਛੋਟੇ ਡਾਇਲੌਗ ਜਿਹੜੇ ਸੀਗੇ ਉਹ ਕਲਾਸ ਦੇ ਵਿੱਚ ਬੋਲਣ, ਛੋਟੇ ਛੋਟੇ ਸੈਂਟੈਂਸ ਬੋਲਣ, ਤਾਂ ਕਿ ਉਹ ਆਪਣੀ ਬੋਲਣ ਦੀ ਕੈਪੈਸਿਟੀ ਜਿਹੜੀ ਸੀਗੀ ਉਹਨਾਂ ਨੂੰ ਉਹ ਇੰਪਰੂਵ ਕਰ ਸਕਣ। ਸੋ ਥਰਡ ਐਸਪੈਕਟ ਕੀ ਆ ਜਾਂਦਾ ਸਾਡਾ ਇਹਦੇ ਵਿੱਚ ਟੀਚਿੰਗ ਆਫ ਲਰਨਿੰਗ ਆਫ ਲੈਂਗੁਏਜ ਦੇ ਵਿੱਚ? ਰੀਡਿੰਗ ਐਨਕਰੇਜਸ ਸਟੂਡੈਂਟ ਟੂ ਸਪੀਕ ਸਮਾਲ ਐਂਡ ਸਿੰਪਲ ਡਾਇਲੌਗਸ। ਲਿਸਨਿੰਗ ਐਂਡ ਸਪੀਕਿੰਗ ਆਰ ਫੰਡਾਮੈਂਟਲ ਫॉर ਰੀਡਿੰਗ ਐਂਡ ਰਾਈਟਿੰਗ। ਸੋ ਹੁਣ ਜਿਹੜਾ ਤੀਜਾ ਐਸਪੈਕਟ ਹੈ
दैट इज़ रीडिंग कदों पॉसीबल होएगी? रीडिंग ਤਾਂ ਹੀ पॉसीबल ਹੋਏਗੀ ਜੇ ਕਿਸੇ ਵੀ ਬੱਚੇ ਨੂੰ ਉਹਨੇ ਸੁਣੀ ਹੋਵੇ ਭਾਸ਼ਾ, ਬੋਲ ਸਕਦਾ ਹੋਵੇ, ਤਾਂ ਹੀ ਉਸ ਚੀਜ਼ ਨੂੰ ਪੜ੍ਹ ਸਕੇਗਾ ਉਹ। ਸੋ ਦੈਟ ਮੀਨਸ, ਔਰ ਪੜ੍ਹਨ ਦਾ ਮਤਲਬ ਕੀ ਹੈ? ਪੜ੍ਹਨ ਦਾ ਮਤਲਬ ਇਹੀ ਹੈ ਕਿ ਜੋ ਕੁਝ ਇੱਥੇ ਲਿਖਿਆ ਹੋਇਆ ਹੈ ਉਹਨੂੰ ਸਮਝ ਆ ਰਿਹਾ ਹੋ। ਜੇ ਉਹਨੂੰ ਸਮਝ ਨਹੀਂ ਆਏਗਾ ਉਸ ਚੀਜ਼ ਦਾ, ਦੈਟ ਮੀਨਸ ਕਿ ਉਹਨੂੰ ਉਹ ਭਾਸ਼ਾ ਨਹੀਂ ਆਉਂਦੀ ਔਰ ਉਹ ਜਿਹੜਾ ਸੀਗਾ ਕਮਿਊਨੀਕੇਟ ਨਹੀਂ ਕਰ ਸਕਦਾ ਉਹ। ਕਿਸੇ ਵੀ ਭਾਸ਼ਾ ਨੂੰ ਸਿੱਖਣ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਉਹਨੂੰ ਉਸ ਭਾਸ਼ਾ ਨੂੰ ਪੜ੍ਹਨਾ ਵੀ ਆਉਣਾ ਬਹੁਤ ਜ਼ਰੂਰੀ ਹੈ। ਹੁਣ ਪੜ੍ਹਨ ਦੇ ਵਿੱਚ ਕੀ ਕੁਝ ਆ ਜਾਂਦਾ ਹੈ? ਪੜ੍ਹਨ ਦੇ ਵਿੱਚ ਆ ਜਾਂਦਾ ਕਿ ਉਹਦਾ ਕੰਟੈਂਟ ਦਾ ਮਤਲਬ ਸਮਝ ਸਕੇ। ਜੇ ਇੱਕ ਪੈਰਾਗ੍ਰਾਫ ਲਿਖਿਆ ਹੋਇਆ ਹੈ ਤਾਂ ਉਹਨੂੰ ਪੈਰੇ ਦਾ ਮਤਲਬ ਸਮਝ ਆਉਣਾ ਚਾਹੀਦਾ ਹੈ। ਉਹਦੇ 'ਚ ਲਿਖੇ ਹੋਏ ਜਿਹੜੇ ਅੱਖਰ ਹੈਗੇ ਨੇ ਉਹਨਾਂ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ। ਔਰ ਸਟਰਕਚਰ ਜਿਹੜਾ ਸੀਗਾ ਉਹਨੂੰ ਉਹ ਸਟਰਕਚਰ ਸਮਝ ਆਉਣਾ ਚਾਹੀਦਾ ਹੈ। ਉਹਦੇ ਪਿੱਛੇ ਕੀ ਕਨਸੈਪਟ ਹੈ, ਕਿਉਂ ਉਹ ਬੋਲਿਆ ਜਾ ਰਿਹਾ ਹੈ, ਔਰ ਉਹਦਾ ਆਈਡੀਆ ਦੇ ਨਾਲ ਕੀ ਰਿਲੇਸ਼ਨਸ਼ਿਪ ਹੈ। ਇਹ ਸਾਰੇ ਚੀਜ਼ਾਂ ਜਿਹੜਾ ਸੀਗਾ ਪਰਪਸ ਆ ਜਾਂਦਾ ਹੈ ਕਿ ਰੀਡਿੰਗ ਦਾ ਬੇਸਿਕਲੀ ਮਤਲਬ ਕੀ ਨਿਕਲਦਾ ਹੈ। ਇਹਦਾ ਮਤਲਬ ਹੋਰ ਸਭ ਤੋਂ ਵੱਡੀ ਗੱਲ ਕੀ ਹੈ? ਕੈਂਡੀਡੇਟ ਨੂੰ ਕੀ ਆਉਣਾ ਚਾਹੀਦਾ ਹੈ? ਲੈਂਗੁਏਜ, ਸਿਗਨਲਸ ਐਂਡ ਵਿਜ਼ੂਅਲ ਇਮੇजेस। ਇਹ ਬਹੁਤ ਇੰਪੋਰਟੈਂਟ ਹੈ। ਲੈਂਗੁਏਜ, ਸਿਗਨਲਸ ਐਂਡ ਵਿਜ਼ੂਅਲ ਇਮੇजेस। ਮੈਂ ਕਿਹਾ ਦਰਖਤ, ਠੀਕ ਹੈ ਜੀ, ਮੈਂ ਕਿਹਾ ਦਰਖਤ, ਠੀਕ ਹੈ ਜੀ। ਔਰ ਦੈਟ ਬੱਚੇ ਨੂੰ ਪਤਾ ਹੈ, ਇੱਕ ਆਮ ਤੁਸੀਂ ਪੰਜਾਬੀ ਤੁਹਾਨੂੰ ਜੇ ਲੈਂਗੁਏਜ ਆਉਂਦੀ ਹੈ ਤਾਂ ਤੁਹਾਨੂੰ ਪਤਾ ਦਰਖਤ ਕਿਹਨੂੰ ਕਹਿੰਦੇ ਨੇ। ਹੀ ਸ਼ੁੱਡ ਬੀ ਏਬਲ ਟੂ ਆਇਡੈਂਟੀਫਾਈ ਕਿ ਇਹ ਜਿਹੜੇ ਦੱਦਾ, ਰਾਰਾ, ਖੱਖਾ, ਤੱਤਾ ਜਿਹੜਾ ਲਿਖਿਆ ਹੋਇਆ ਹੈ, ਠੀਕ ਹੈ ਨਾ, ਇਹ ਕਿਸ ਚੀਜ਼ ਨੂੰ ਡੋਨੇਟ ਕਰ ਰਿਹਾ ਹੈ, ਠੀਕ ਹੈ ਜੀ। ਇਹ ਜਿਹੜੇ 4 ਅੱਖਰ ਨੇ ਇਹ ਦਰਖਤ ਨੂੰ ਡੋਨੇਟ ਕਰ ਰਹੇ ਨੇ। ਦੱਦਾ, ਰਾਰਾ, ਖੱਖਾ, ਤੱਤਾ ਜਿਹੜਾ ਹੈ ਇਹ ਦਰਖਤ ਨੂੰ ਡੋਨੇਟ ਕਰ ਰਿਹਾ। ਔਰ ਉਹਦਾ ਇਮੇਜ ਹੈ ਕੀ ਹੈਗਾ ਉਹ? ਦੈਟ ਮੀਨਸ ਦੈਟਸ ਏ ਇਮੇਜ ਕਿ ਇੱਕ ਜ਼ਮੀਨ ਦੇ ਵਿੱਚ ਦਰਖਤ ਲੱਗਿਆ ਹੋਇਆ। ਬੇਸਿਕਲੀ ਆਪਾਂ ਫਿਰ ਮੈਂ ਉਹੀ ਗੱਲ ਕਰ ਰਿਹਾ ਕਿ ਜਦੋਂ ਅਸੀਂ ਕਿਸੇ ਅੱਖਰਾਂ ਨੂੰ ਦੇਖਦੇ ਹਾਂ ਤਾਂ ਦੇਖ ਕੇ ਬੱਚਾ ਕੀ ਸਮਝਦਾ ਹੈ। ਸਿਮਿਲਰਲੀ ਜਦੋਂ ਲਿਖਿਆ ਹੋਇਆ TREE ਟਰੀ, ਤਾਂ ਕਿਸੇ ਵੀ ਬੱਚੇ ਨੂੰ ਕੀ ਸਮਝ ਆ ਰਿਹਾ ਹੈ ਕਿ ਇਹ ਕਿਹੜੇ ਅੱਖਰ 4 ਲਿਖੇ ਹੋਏ ਨੇ ਔਰ ਇਹਦਾ ਇੱਕ ਜਿਹੜਾ ਸੀਗਾ ਵਿਜ਼ੂਅਲ ਇਮੇਜ ਕੀ ਬਣਦਾ ਹੈ, ਔਰ ਉਹਦੇ ਲੈਂਗੁਏਜ ਸਿਗਨਲ ਕੀ ਨੇ ਤੇ ਉਹਦਾ ਵਿਜ਼ੂਅਲ ਇਮੇਜ ਕੀ ਬਣਦਾ ਹੈ। ਟਾਈਮਸ ਆਫ ਟੀਚਿੰਗ ਰੀਡਿੰਗ, ਠੀਕ ਹੈ ਜੀ। ਅਸੀਂ ਜਿਹੜੀ ਸੀਗੀ ਰੀਡਿੰਗ ਕਿਉਂ ਆਉਣੀ ਚਾਹੀਦੀ ਹੈ, ਇਹਦਾ ਪਰਪਸ ਕੀ ਹੋ ਸਕਦਾ? ਉਹ ਰਿਕੋਗਨਾਈਜ਼ ਵਰਡਸ, ਤਾਂ ਕਿ ਉਹ ਅੱਖਰਾਂ ਨੂੰ ਪਹਿਚਾਨ ਸਕੇ ਉਹ, ਠੀਕ ਹੈ ਜੀ। ਜੇ ਅੱਖਰਾਂ ਨੂੰ ਪਹਿਚਾਨ ਸਕੇਗਾ ਤਾਂ ਹੀ ਉਹਦੇ ਮਤਲਬ ਸਮਝ ਆਉਣਗੇ ਉਹ। ਕੰਪਰੀਹੈਂਡ ਮੀਨਿੰਗਸ, ਉਹਦੇ ਮਤਲਬ ਜਿਹੜੇ ਸੀਗਾ ਉਹਨੂੰ ਸਮਝ ਆਉਣੇ ਚਾਹੀਦੇ ਨੇ ਉਹ। ਗੈਸ ਅਨਫੈਮਿਲੀਅਰ ਵਰਡਸ ਫਰੋਮ ਕੰਟੈਕਸਟ, ਠੀਕ ਹੈ। ਕਈ ਵਾਰ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਨੇ ਜਦੋਂ ਸਾਨੂੰ ਮਤਲਬ ਨਹੀਂ ਪਤਾ ਲੱਗਦੇ, ਪਰ ਜਦੋਂ ਆਪਾਂ ਉਸ ਨੂੰ ਇੱਕ ਸੈਂਟੈਂਸ ਦੇ ਵਿੱਚ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਗੱਲ ਕਹਿਣਾ ਚਾਹੁੰਦਾ ਹੈ ਔਰ ਉਹਦਾ ਮਤਲਬ ਕੀ ਹੋ ਸਕਦਾ ਉਹ, ਠੀਕ ਹੈ। ਸੋ ਦੈਟ ਇਜ਼ ਕੰਟੈਕਸਟ ਦੇ ਵਿੱਚੋਂ ਅਨਫੈਮਿਲੀਅਰ ਵਰਡ ਜਿਹੜਾ ਸੀਗਾ ਉਹ ਬੱਚੇ ਨੂੰ ਸਮਝ ਆ ਜਾਂਦੇ ਨੇ ਔਰ ਫਿਰ ਉਹਦਾ ਮਤਲਬ ਜਿਹੜਾ ਸੀਗਾ ਉਹਨੂੰ ਉਹ ਵੀ ਸਮਝ ਆ ਜਾਂਦਾ ਹੈ ਨਾ। ਰਿਐਕਟ ਟੂ ਵਟ ਦੇ ਹੈਵ ਰੀਡ, ਠੀਕ ਹੈ। ਨਾਓ ਪੜ੍ਹ ਕੇ ਉਸ ਤੋਂ ਬਾਅਦ ਉਹਦਾ ਕੋਈ ਰਿਐਕਸ਼ਨ ਹੋਣਾ ਚਾਹੀਦਾ। ਇਹ ਬਹੁਤ ਇੰਟਰਸਟਿੰਗ ਸੀਗਾ, ਇਹ ਬਹੁਤ ਬੋਰਿੰਗ ਸੀਗਾ, ਇਹਦੇ ਵਿੱਚ ਮੈਨੂੰ ਇਹ ਚੀਜ਼ ਸਮਝ ਆਈ, ਇਹਦੇ ਵਿੱਚੋਂ ਮੈਂ ਇਹ ਚੀਜ਼ ਸਿੱਖੀ ਹੈ। ਸੋ ਦੈਟ ਇਜ਼ ਆਲ ਏਮ ਆਫ ਟੀਚਿੰਗ। ਟੀਚਿੰਗ ਦਾ ਜਿਹੜਾ ਏਮ ਜਿਹੜਾ ਸੀਗਾ ਕੀ ਹੋਣਾ ਚਾਹੀਦਾ ਕਿ ਮੈਂ ਉਹਦੇ ਵਿੱਚੋਂ ਕੀ ਸਿੱਖਿਆ ਹੈ ਔਰ ਮੈਂ ਕੀ ਪੜ੍ਹਿਆ ਹੈ। ਇਨਫਰ ਦਾ ਮੂਡ ਆਫ ਦਾ ਆਥਰ, ਠੀਕ ਹੈ ਜੀ। ਆਥਰ ਕਹਿਣਾ ਕੀ ਚਾਹੁੰਦਾ ਹੈ, ਸਮਝਾਉਣਾ ਕੀ ਚਾਹੁੰਦਾ ਹੈ, ਉਹ ਚੀਜ਼ ਪਤਾ ਲੱਗਣੀ ਚਾਹੀਦੀ ਹੈ। ਰੀਡ ਐਟ ਨਾਰਮਲ ਸਪੀਡ। ਨਾਓ ਬੇਸਿਕਲੀ ਰੀਡਿੰਗ ਇਜ਼ ਵੈਰੀ ਵੈਰੀ ਇੰਪੋਰਟੈਂਟ। ਔਰ ਖਾਸ ਤੌਰ 'ਤੇ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਕਿ ਜਿੰਨੇ ਵੀ ਸਾਡੇ ਕੰਪੀਟੀਟਿਵ ਐਗਜ਼ਾਮਸ ਨੇ ਉਹਦੇ ਵਿੱਚ ਤੁਹਾਡੀ ਰੀਡਿੰਗ ਸਪੀਡ ਬਹੁਤ ਮੈਟਰ ਕਰਦੀ ਹੈ ਔਰ ਤੁਹਾਡੀ ਰੀਡਿੰਗ ਐਬਿਲਿਟੀ ਬਹੁਤ ਮੈਟਰ ਕਰਦੀ ਹੈ। ਕਿਉਂਕਿ ਜੇ ਤੁਸੀਂ ਕਿਸੇ ਚੀਜ਼ ਨੂੰ ਇੱਕ ਨਾਰਮਲ ਸਪੀਡ ਦੇ ਉੱਤੇ ਨਹੀਂ ਪੜ੍ਹ ਸਕਦੇ, ਚੰਗੀ ਸਪੀਡ ਦੇ ਉੱਤੇ ਨਹੀਂ ਪੜ੍ਹ ਸਕਦੇ, ਤਾਂ ਤੁਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਓਗੇ। ਯੂਜ਼ ਅ ਪ੍ਰੋਪਰ ਸਟ੍ਰੈਸ, ਇੰਟੋਨੇਸ਼ਨ ਐਂਡ ਪੌਜ਼ਸ, ਠੀਕ ਹੈ ਜੀ। ਇੰਟੋਨੇਸ਼ਨ ਐਂਡ ਪੌਜ਼ਸ, ਸਟ੍ਰੈਸ, ਕਿੱਥੇ ਅਸੀਂ ਥੋੜਾ ਦਬਾਅ ਪਾਉਣਾ, ਠੀਕ ਹੈ ਜੀ। ਮੈਂ ਹੁਣ ਜਦੋਂ ਮੈਂ ਕਹਿ ਰਿਹਾ ਕਿੱਥੇ ਸਟ੍ਰੈਸ ਦੇਣਾ, ਦੈਟ ਮੀਨਸ ਕਿੱਥੇ ਅਸੀਂ ਜਿਹੜਾ ਸੀਗਾ ਰੁਕ ਕੇ ਦੱਸਣਾ ਕਿ ਇਹ ਚੀਜ਼ ਇੰਪੋਰਟੈਂਟ। ਜਦੋਂ ਆਪਾਂ ਸਟ੍ਰੈਸ ਦਿੰਦੇ ਹਾਂ ਦੈਟ ਮੀਨਸ ਇਟ ਇਜ਼ ਇੰਪੋਰਟੈਂਟ। ਇੰਟੋਨੇਸ਼ਨ ਕਦੇ ਉੱਚੀ ਆਵਾਜ਼ ਹੋ ਸਕਦੀ ਹੈ, ਕਦੇ ਨੀਵੀਂ ਆਵਾਜ਼ ਹੋ ਸਕਦੀ ਹੈ, ਠੀਕ ਹੈ ਜੀ। ਦੈਟ ਇਜ਼ ਇੰਟੋਨੇਸ਼ਨਸ ਆਲਸੋ। ਔਰ ਪੌਜ਼ਸ, ਸਾਰੇ ਏਮ ਹੈਗੇ ਨੇ। ਸੋ ਤੁਹਾਨੂੰ ਇਹ ਵੀ ਏਮ ਪਤਾ ਹੋਣੇ ਚਾਹੀਦੇ ਨੇ ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ ਫਿਰ ਐਗਜ਼ਾਮ 'ਚ ਆ ਜਾਂਦੇ ਨੇ। ਚਾਈਲਡ ਲਰਨਸ ਟੂ ਐਸੋਸੀਏਟ ਵਰਡ ਵਿਦ ਵਾਟ ਹੀ ਨੋਜ਼। ਬੱਚਾ ਜਿਹੜੇ ਅੱਖਰਾਂ ਨੂੰ
ਜੋ ਉਹਦੀ ਨੌਲੇਜ ਆ ਉਹਦੇ ਨਾਲ ਐਸੋਸੀਏਟ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ ਜੀ। ਆਮ ਤੌਰ ਤੇ ਅਸੀਂ ਕ੍ਰਿਸ਼ਨ ਜੀ ਦੀ ਲੀਲਾ ਸੁਣਦੇ ਹਾਂ, ਉਹਦੇ ਵਿੱਚ ਸੁਦਾਮਾ ਉਹਨਾਂ ਦਾ ਦੋਸਤ ਸੀਗਾ ਜਿਹੜਾ ਕਿ ਇਕੱਠੇ ਪੜ੍ਹਦੇ ਸੀਗੇ, ਕ੍ਰਿਸ਼ਨ ਜੀ ਤੇ ਸੁਦਾਮਾ। ਸੁਦਾਮਾ ਜਦੋਂ ਆਪਣੇ ਘਰ ਚਲਾ ਗਿਆ, ਬਹੁਤ ਗਰੀਬੀ ਦੇ ਵਿੱਚ ਰਹਿ ਰਿਹਾ ਸੀਗਾ। ਸੋ ਸੁਦਾਮਾ ਐਂਡ ਹਿਜ਼ ਵਾਈਫ ਲਿਵਡ ਇਨ ਏ ਹਟ। ਠੀਕ ਹੈ ਜੀ। ਨਾਓ ਬੱਚਾ ਜਦੋਂ ਇਸ ਸੈਂਟੈਂਸ ਨੂੰ ਪੜ੍ਹਦਾ ਤਾਂ ਉਹਨੂੰ ਮਤਲਬ ਜਿਹਾ ਸੀਗਾ ਕਿਉਂਕਿ ਉਹਨੂੰ ਪਤਾ ਕਿਤੇ ਨਾ ਕਿਤੇ ਜਿਹੜੀ ਚੀਜ਼ ਉਹਨੂੰ ਨੌਲੇਜ ਦੇ ਵਿੱਚ ਹੈਗੀ ਆ ਉਹਦੀ, ਉਹ ਚੀਜ਼ ਨੂੰ ਫਟ ਐਸੋਸੀਏਟ ਕਰ ਲੈਂਦਾ ਉਹ। ਠੀਕ ਹੈ ਜੀ। ਸੋ ਉਹਨੂੰ ਹਟ ਜਿਹੜੀ ਸੀਗੀ ਝੌਂਪੜੀ। ਅਸੀਂ ਉੱਥੇ ਗੱਲ ਕਰਦੇ ਹਾਂ ਕਿ ਸੁਦਾਮਾ ਆਪਣੀ ਘਰਵਾਲੀ ਦੇ ਨਾਲ ਇੱਕ ਝੌਂਪੜੀ ਦੇ ਵਿੱਚ ਰਹਿੰਦਾ ਸੀ। ਜਦੋਂ ਉਹਨੂੰ ਇਹ ਸੈਂਟੈਂਸ ਪੜ੍ਹਦਾ ਤਾਂ ਉਸ ਚੀਜ਼ ਦੀ ਸਮਝ ਆਉਂਦੀ ਹੈ, ਉਹ ਉਸ ਚੀਜ਼ ਨੂੰ ਅੰਡਰਸਟੈਂਡ ਕਰ ਜਾਂਦਾ ਫਟ ਉਹ। ਕਿਉਂਕਿ ਉਹਨੂੰ ਪਤਾ ਹੈ ਕਿ ਸੁਦਾਮਾ ਬਾਰੇ ਵੀ ਪਤਾ ਹੈ, ਔਰ ਹਟ ਬਾਰੇ ਜਿਹੜਾ ਸੀਗਾ ਉਹਨੇ ਸੁਣਿਆ ਹੋਇਆ ਕਿ ਉਹ ਗਰੀਬੀ ਦੇ ਵਿੱਚ ਰਹਿੰਦੇ ਸੀਗੇ, ਕਿਉਂਕਿ ਉਹਨੇ ਕਹਾਣੀਆਂ ਸੁਣੀਆਂ ਹੋਈਆਂ ਨੇ। ਸੋ ਦੈਟ ਮੀਨਸ ਬੱਚਾ ਚੀਜ਼ਾਂ ਨੂੰ ਆਪਣੀ ਜਿਹੜੀ ਪ੍ਰਾਇਰ ਨੌਲੇਜ ਹੈ ਉਹਦੇ ਨਾਲ ਐਸੋਸੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਔਰ ਉਸ ਦੇ ਨਾਲ ਉਹ ਚੀਜ਼ਾਂ ਜਲਦੀ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ। ਟਾਈਪਸ ਆਫ ਰੀਡਿੰਗ ਨਾਓ, ਕਿੰਨੇ ਤਰ੍ਹਾਂ ਦੀ ਰੀਡਿੰਗ ਹੁੰਦੀ ਹੈ। ਰੀਡਿੰਗ ਅਲਾਊਡ। ਠੀਕ ਹੈ ਜੀ। ਦੈਟ ਮੀਨਸ ਕਿ ਅਸੀਂ ਬੋਲ ਵਾਚਨ ਜਾਂ ਉੱਚਾ ਬੋਲਣਾ, ਬੋਲ ਵਾਚਨ ਜਾਂ ਉੱਚਾ ਬੋਲਣਾ। ਆਮ ਤੌਰ ਤੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਬੋਲ ਕੇ ਪੜ੍ਹੋ। ਕਿਉਂਕਿ ਬੱਚਾ ਜਿਹੜਾ ਸੀਗਾ ਹਾਲੇ ਸਿੱਖਣ ਦੀ ਸਟੇਜ ਦੇ ਵਿੱਚ ਹੈ, ਤਾਂ ਉਹ A for apple, B for bat, C for cat। ਠੀਕ ਹੈ ਜੀ। ਟੀਚਰ ਬੋਲਦਾ ਹੈ, ਬੱਚੇ ਉਹਦੇ ਪਿੱਛੇ ਬੋਲਦੇ ਨੇ। ਠੀਕ ਹੈ ਜੀ। ਔਰ ਇਸੇ ਤਰੀਕੇ ਨਾਲ ਜਦੋਂ ਉਹ ਕੋਈ ਸੈਂਟੈਂਸ ਵੀ ਪੜ੍ਹਨਾ ਸ਼ੁਰੂ ਹੁੰਦੇ ਨੇ ਤਾਂ ਉਹਨੂੰ ਬੋਲ ਕੇ ਪੜ੍ਹਦੇ ਨੇ, ਔਰ ਉਸ ਤਰੀਕੇ ਟੀਚਰ ਬੋਲਦਾ ਸੈਂਟੈਂਸ ਨੂੰ ਬੋਲਦਾ, ਬੱਚੇ ਉਹਦੇ ਪਿੱਛੇ ਬੋਲਦੇ ਨੇ। ਸੋ ਦੈਟ ਮੀਨਸ ਦੈਟ ਇਜ਼ ਰੀਡਿੰਗ ਅਲਾਊਡ, ਕਿ ਦੈਟ ਉੱਚੇ ਸਵਰ ਦੇ ਵਿੱਚ ਬੋਲਣਾ ਜਾਂ ਬੋਲ ਵਾਚਨ ਜਿਹੜਾ ਸੀਗਾ ਇਹ ਕਿਰਿਆ ਹੈਗੀ ਹੈ। So that is type of reading also. Silent reading. Silent reading ਕਦੋਂ ਕਰਦੇ ਆ? ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ, ਤੁਸੀਂ ਬੋਲ ਕੇ ਨਹੀਂ ਪੜ੍ਹਦੇ। ਤੁਸੀਂ ਸਾਇਲੈਂਟ ਰੀਡਿੰਗ ਕਦੋਂ ਕਰਦੇ ਹੋ? ਜਦੋਂ ਤੁਸੀਂ ਪੇਪਰ ਦੇਣਾ, ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਕਿਤਾਬ ਤੁਹਾਡੇ ਸਾਹਮਣੇ ਪਈ ਹੈ, ਤਾਂ ਤੁਸੀਂ ਉਸ ਚੀਜ਼ ਨੂੰ ਬਹੁਤ ਸੂਖਮ ਤਰੀਕੇ ਨਾਲ ਪੜ੍ਹ ਰਹੇ ਹੋ। ਆਪਾਂ ਨੇ ਪਹਿਲਾਂ ਵੀ ਕੀਤਾ ਸੀਗਾ ਕਿ ਸੂਖਮ ਤਰੀਕੇ ਨਾਲ ਜਿਹੜਾ ਸੀਗਾ ਉਹਨੂੰ ਸੁਣਨਾ, ਇੱਥੇ ਸੂਖਮ ਤਰੀਕੇ ਨਾਲ ਉਹਨੂੰ ਪੜ੍ਹਨਾ, ਕਿ ਧਿਆਨ ਨਾਲ ਪੜ੍ਹਨਾ। ਅਸੀਂ ਮੂੰਹ ਬੰਦ ਕਰਕੇ ਪੜ੍ਹਦੇ ਹਾਂ ਔਰ ਚੀਜ਼ ਨੂੰ ਜਿਹੜਾ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਉਹ ਜਿਹੜਾ ਸੀਗਾ ਉਹ ਕਿਹੜੀ ਰੀਡਿੰਗ ਹੋ ਜਾਏਗੀ ਸਾਡੀ? ਉਹ ਸਾਇਲੈਂਟ ਰੀਡਿੰਗ ਹੋ ਜਾਏਗੀ, ਜਾਂ ਉਹਨੂੰ ਮੌਨ ਵਾਚਨ ਜਿਹੜਾ ਸੀਗਾ ਮੌਨ ਵਾਚਕ ਵੀ ਹੋ ਜਾਏਗਾ ਉਹ। ਠੀਕ ਹੈ ਜੀ। ਹਾਂਜੀ, ਮੌਨ ਵਾਚਨ ਹੋ ਜਾਏਗਾ ਸਾਡਾ ਉਹ। ਮਾਡਲ ਰੀਡਿੰਗ, ਇਹਨੂੰ ਆਦਰਸ਼ ਇਹ ਵੀ ਕਿਹਾ ਜਾ ਸਕਦਾ ਹੈ, ਜਿਹਦੇ ਵਿੱਚ ਬੱਚਾ ਬੇਸਿਕਲੀ ਕੀ ਕਰਦਾ ਹੈ ਕਿ ਜੋ ਕੋਈ ਬੋਲ ਰਿਹਾ ਉਹਦੇ ਪਿੱਛੇ ਬੋਲ ਰਿਹਾ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਉਹਨੂੰ ਮਾਡਲ ਰੀਡਿੰਗ ਕਿਹਾ ਜਾਂਦਾ ਉਸ ਨੂੰ। ਜਿਵੇਂ ਮੈਂ ਤੁਹਾਨੂੰ ਕਿਹਾ ਕਿ CAT ਕੈਟ, ਬੱਚਾ ਵੀ ਪਿੱਛੇ ਬੋਲਦਾ CAT ਕੈਟ। ਠੀਕ ਹੈ ਜੀ। ਸੋ ਦੈਟ ਇਜ਼ ਕਾਈਂਡ ਆਫ ਮਾਡਲ ਰੀਡਿੰਗ। ਇੰਟੈਂਸਿਵ ਰੀਡਿੰਗ ਵਾਂਸ ਅਗੇਨ, ਕਿ ਧਿਆਨ ਨਾਲ ਸੂਖਮ ਤਰੀਕੇ ਨਾਲ ਪੜ੍ਹਨਾ ਜਿਹੜਾ ਸੀਗਾ ਉਹਨੂੰ ਆਪਾਂ ਇੰਟੈਂਸਿਵ ਰੀਡਿੰਗ ਕਹਿੰਦੇ ਹਾਂ। ਕਿ ਆਪਾਂ ਕੋਈ ਜਦੋਂ ਤੁਹਾਡੀ ਨੌਕਰੀ ਲੱਗ ਗਈ, ਠੀਕ ਹੈ ਜੀ, ਜਾਂ ਤੁਸੀਂ ਹੁਣ ਪੇਪਰ ਦੇਣ ਜਾਣਾ, ਤੁਹਾਡੇ ਕੋਲ ਲੈਟਰ ਆ ਗਿਆ, ਤੁਹਾਡਾ ਐਡਮਿਟ ਕਾਰਡ ਆ ਗਿਆ। ਸੋ ਐਡਮਿਟ ਕਾਰਡ ਦੇ ਉੱਤੇ ਤੁਸੀਂ ਉਹਨੂੰ ਹਾਂਜੀ ਮੇਰਾ ਐਡਮਿਟ ਕਾਰਡ ਆ ਗਿਆ, ਠੀਕ ਹੈ ਜੀ, ਐਂ ਥੋੜ੍ਹੀ ਛੱਡ ਦਿਓਗੇ, ਕਿਉਂਕਿ ਐਡਮਿਟ ਕਾਰਡ ਤੇ ਕੀ ਲਿਖਿਆ ਹੋਇਆ ਹੈ, ਕਿਹੜੀ ਤਰੀਕ ਨੂੰ ਤੁਹਾਡਾ ਪੇਪਰ ਹੈ, ਕਿਸ ਜਗ੍ਹਾ ਦੇ ਉੱਤੇ ਪੇਪਰ ਹੈ। That means you will go through each and every word of that particular letter। ਕੋਈ ਚੀਜ਼ ਮਿਸ ਨਾ ਹੋ ਜਾਏ। ਉਹਦੇ ਵਿੱਚ ਲਿਖਿਆ ਹੋਇਆ ਕਿ ਕੋਵਿਡ ਦੀਆਂ ਗਾਈਡਲਾਈਨ ਨੂੰ ਤੁਸੀਂ ਫੋਲੋ ਕਰਨਾ ਹੈ, ਕਿਹੜੀ ਗਾਈਡਲਾਈਨ ਨੂੰ ਫੋਲੋ ਕਰਨਾ ਹੈ, ਕਿਹੜਾ ਸਮਾਨ ਤੁਸੀਂ ਨਹੀਂ ਲੈ ਕੇ ਜਾ ਸਕਦੇ ਉੱਥੇ ਔਰ ਅੰਦਰ ਨਹੀਂ ਲੈ ਕੇ ਜਾਣ ਦੇਣਾ, ਉਹ ਸਾਰੀ ਚੀਜ਼ਾਂ ਧਿਆਨ ਨਾਲ ਪੜ੍ਹੋਗੇ ਨਾ। ਸੋ ਵਾਟ ਇਜ਼ ਦੈਟ? ਦੈਟ ਇਜ਼ ਇੰਟੈਂਸਿਵ ਰੀਡਿੰਗ ਹੋ ਜਾਏਗੀ ਤੁਹਾਡੀ ਉਹ। ਐਕਸਟੈਂਸਿਵ ਰੀਡਿੰਗ ਕੀ ਹੁੰਦੀ ਹੈ? ਵਾਂਸ ਅਗੇਨ ਕਿ ਆਪਾਂ ਨੇ ਅਖਬਾਰ ਪੜ੍ਹਿਆ, ਉਹਦੇ ਵਿੱਚ ਦੇਖਿਆ ਜੀ ਸਪੋਰਟਸ ਦੇ ਪੇਜ ਦੇ ਉੱਤੇ ਅੱਜ ਕਿਹਦਾ ਮੈਚ ਸੀਗਾ ਜੀ, ਕੌਣ ਜਿੱਤ ਗਿਆ ਅੱਜ ਵੀ, ਕਿ ਅਸੀਂ ਮੋਟਾ ਜਿਹੜਾ ਸੀਗਾ ਅਖਬਾਰ 'ਚ ਪੜ੍ਹ ਲਿਆ, ਸਾਨੂੰ ਸਮਝ ਆ ਗਿਆ ਕੀ ਕਹਿਣਾ ਚਾਹੁੰਦਾ, ਪਰ ਅਸੀਂ ਉਹਨੂੰ ਬਰੀਕੀ ਦੇ ਨਾਲ ਇੱਕ ਪੁਆਇੰਟ ਨੋਟ ਨਹੀਂ ਕੀਤਾ। ਦੈਟ ਇਜ਼ ਐਕਸਟੈਂਸਿਵ ਰੀਡਿੰਗ ਹੋ ਜਾਏਗੀ ਸਾਡੀ ਉਹ। ਸਪਲੀਮੈਂਟਰੀ ਰੀਡਿੰਗ, ਜਦੋਂ ਸਾਨੂੰ ਕੋਈ ਲੈਂਗੁਏਜ ਸਮਝ ਆਉਣੀ ਸ਼ੁਰੂ ਹੋ ਗਈ ਤਾਂ ਫਿਰ ਉਸ ਤੋਂ ਬਾਅਦ ਅਸੀਂ ਕਿਤੇ ਨਾ ਕਿਤੇ ਕੁਝ ਹੋਰ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਤੁਸੀਂ ਦੇਖਿਆ ਹੋਣਾ 9ਵੀਂ 10ਵੀਂ ਦੀ ਕਲਾਸਾਂ ਦੇ ਵਿੱਚ ਇੱਕ ਤਾਂ ਕਿਤਾਬ ਤੁਹਾਨੂੰ ਬੇਸਿਕ ਕਿਤਾਬ ਲੱਗੀ ਹੋਈ ਹੈ, ਪੰਜਾਬੀ ਦੀ ਹੋਵੇ, ਇੰਗਲਿਸ਼ ਦੀ ਹੋਵੇ, ਉਹ ਲਿਟਰੇਚਰ ਦੀ ਕਿਤਾਬ ਲੱਗੀ ਹੋਈ ਹੈ, ਇੱਕ ਕਿਤਾਬ ਨਾਲ ਹੋਰ ਦਿੱਤੀ ਜਾਂਦੀ ਹੈ ਤੁਹਾਨੂੰ ਉਹ। ਸੋ ਦੈਟ ਇਜ਼ ਵਾਟ ਇਜ਼ ਦੈਟ? ਦੈਟ ਇਜ਼ ਸਪਲੀਮੈਂਟਰੀ ਰੀਡਿੰਗ।
ਕਿ ਤੁਸੀਂ ਹੋਰ ਐਕਸਟਰਾ ਪੜ੍ਹੋ ਔਰ ਪੜ੍ਹ ਕੇ ਜਿਹੜਾ ਸੀਗਾ ਉਸ ਚੀਜ਼ ਦਾ ਹੋਰ ਗਹਿਨ ਧਿਆਨ ਜਿਹੜਾ ਸੀਗਾ ਤੁਹਾਨੂੰ ਹੋਵੇ, ਦੈਟ ਇਜ਼ ਸਪਲੀਮੈਂਟਰੀ। ਐਕਸਟਰਾ ਰੀਡਿੰਗ ਵਾਸਤੇ ਤੁਹਾਨੂੰ ਜਿਹੜਾ ਮਟੀਰੀਅਲ ਦਿੱਤਾ ਜਾਂਦਾ ਹੈ, ਦੈਟ ਇਜ਼ ਨੋਨ ਐਜ਼ ਸਪਲੀਮੈਂਟਰੀ ਰੀਡਿੰਗ। ਪ੍ਰੀ ਰੀਡਿੰਗ, ਜਦੋਂ ਇਹ ਵੀ 9ਵੀਂ 10ਵੀਂ ਦੀ ਕਿਤਾਬਾਂ ਦੇ ਵਿੱਚ ਤੁਸੀਂ ਦੇਖੋਗੇ, ਜਦੋਂ ਕੋਈ ਪੈਰਾਗ੍ਰਾਫ ਦਿੱਤਾ ਗਿਆ ਨਾ ਜਾਂ ਕੋਈ ਪੇਜ ਹੈਗਾ, ਪੇਜ ਦੇ ਉੱਤੇ ਕਈ ਵਾਰ ਸ਼ੁਰੂ ਦੇ ਵਿੱਚ ਹੀ ਜਾਂ ਪੇਜ ਦੇ ਫੁੱਟ ਨੋਟ ਦੇ ਉੱਤੇ ਕਈ ਅੱਖਰਾਂ ਦੇ ਮੀਨਿੰਗ ਦਿੱਤੇ। ਉਹ ਕਿਸ ਪਰਪਸ ਵਾਸਤੇ ਹੁੰਦੇ ਨੇ? ਕਿਉਂਕਿ ਜਦੋਂ ਤੁਸੀਂ ਉਸ ਪੈਰਾਗ੍ਰਾਫ ਨੂੰ ਪੜ੍ਹਨਾ ਹੈ ਔਰ ਉਸ ਪੈਰਾਗ੍ਰਾਫ ਦੇ ਵਿੱਚ ਕੋਈ ਐਸੇ ਅੱਖਰ ਆ ਗਏ ਨੇ ਜਿਹੜੇ ਕਿ ਤੁਸੀਂ ਪਹਿਲਾਂ ਨਹੀਂ ਪੜ੍ਹੇ ਹੋਣੇ, ਸੋ ਤੁਹਾਨੂੰ ਉਹਨਾਂ ਦਾ ਮਤਲਬ ਪਹਿਲਾਂ ਪਤਾ ਹੋਏਗਾ, ਤਾਂ ਹੀ ਤੁਹਾਨੂੰ ਉਸ ਪੈਰਾਗ੍ਰਾਫ ਦਾ ਮਤਲਬ ਸਮਝ ਆਏਗਾ। ਸੋ ਦੈਟ ਇਜ਼ ਕਿ ਤੁਸੀਂ ਪਹਿਲਾਂ ਇਹਨਾਂ ਅੱਖਰਾਂ ਨੂੰ ਸਮਝ ਲਓ ਔਰ ਫਿਰ ਉਸ ਪੈਰਾਗ੍ਰਾਫ ਨੂੰ ਪੜ੍ਹੋ, ਤਾਂ ਕਿ ਤੁਹਾਨੂੰ ਉਸ ਪੈਰਾਗ੍ਰਾਫ ਦੀ ਪ੍ਰੋਪਰ ਸਮਝ ਆ ਜਾਏ। ਸੋ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਉਹਨੂੰ ਪ੍ਰੀ ਰੀਡਿੰਗ ਕਹਿ ਦਿੰਦੇ ਹਾਂ, ਠੀਕ ਹੈ ਜੀ। ਸੋ ਇੱਕ ਪੈਰਾਗ੍ਰਾਫ ਹੈ, ਪੈਰਾਗ੍ਰਾਫ ਦੇ ਵਿੱਚ ਅੱਖਰ ਜਿਹੜੇ ਸੀਗੇ ਕੋਈ ਬੋਰਡ ਕੀਤੇ ਹੋਏ ਨੇ ਜਾਂ ਉਹਨਾਂ ਦੇ ਮੀਨਿੰਗ ਨੀਚੇ ਦਿੱਤੇ ਹੋਏ ਨੇ। ਸੋ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਉਹਨੂੰ ਅਸੀਂ ਪ੍ਰੀ ਰੀਡਿੰਗ ਕਹਿ ਦਿੰਦੇ ਹਾਂ। ਮਤਲਬ ਇਹ ਵੀ ਹੈ ਕਿ ਅਸੀਂ ਪੂਰਾ ਪੈਰਾਗ੍ਰਾਫ ਪੜ੍ਹਨ ਤੋਂ ਜਾਂ ਪੂਰਾ ਚੈਪਟਰ ਪੜ੍ਹਨ ਤੋਂ ਪਹਿਲਾਂ ਉਹਦੇ ਉੱਤੇ ਇੱਕ ਵਾਰ ਮੋਟੀ ਨਜ਼ਰ ਮਾਰ ਲਈਏ, ਸਾਨੂੰ ਪਤਾ ਹੋਵੇ ਉਹਦੇ ਵਿੱਚ ਕੀ ਉਹਦਾ ਹੈਡਿੰਗ ਕੀ ਹੈ, ਉਹਦੇ ਵਿੱਚ ਕੋਈ ਮੇਨ ਗੱਲ ਜਿਹੜੀ ਕੀਤੀ ਗਈ ਹੈ ਉਹ ਮੇਨ ਗੱਲ ਕੀ ਹੈ। ਜਦੋਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ, ਉਸ ਤੋਂ ਬਾਅਦ ਅਸੀਂ ਉਸ ਚੀਜ਼ ਨੂੰ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਉਹ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਇਸ ਚੀਜ਼ ਨੂੰ ਅਸੀਂ ਪ੍ਰੀ ਰੀਡਿੰਗ ਕਹਿੰਦੇ ਹਾਂ। ਹਾਂਜੀ, ਸੋ ਇਟ ਇਜ਼ ਬੋਲ ਵਾਚਨ, ਠੀਕ ਹੈ, ਉੱਚੀ ਆਵਾਜ਼ ਅਲਾਉਡ। ਮੌਨ ਵਾਚਨ, ਚੁੱਪਚਾਪ ਪੜ੍ਹਨਾ। ਮਾਡਲ ਰੀਡਿੰਗ ਜਿਹੜੀ ਸੀ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਟੀਚਰ ਦੇ ਪਿੱਛੇ ਜਿਹੜਾ ਸੀਗਾ ਟੀਚਰ ਵੀ ਬੋਲ ਰਿਹਾ, ਉਹਦੇ ਪਿੱਛੇ ਜਿਹੜੇ ਸੀਗੇ ਬੱਚੇ ਬੋਲ ਰਹੇ ਨੇ। ਗਹਿਨ ਵਾਚਨ ਜਿਹੜਾ ਸੀਗਾ ਸੂਖਮ ਹੋ ਗਿਆ ਕਿ ਤੁਸੀਂ ਧਿਆਨ ਦੇ ਨਾਲ ਉਸ ਚੀਜ਼ ਨੂੰ ਪੜ੍ਹਨਾ, ਕਿਸੇ ਚੀਜ਼ ਨੂੰ। ਸਥੂਲ ਜਿਹੜਾ ਸੀਗਾ ਵਿਆਪਕ ਰੀਡਿੰਗ ਹੋ ਗਈ ਕਿ ਮੋਟਾ ਤੁਸੀਂ ਪੜ੍ਹ ਲਿਆ, ਠੀਕ ਹੈ ਜੀ। ਪੂਰਕ ਰੀਡਿੰਗ ਕਿ ਇੱਕ ਪੁਆਇੰਟ ਨੋਟ ਕੀਤਾ ਤੁਸੀਂ ਉਹਦੇ ਵਿੱਚ। ਇੰਟੈਂਸਿਵ ਰੀਡਿੰਗ ਦੇ ਵਿੱਚ ਕਿ ਮੇਰਾ ਸੈਂਟਰ ਬਣਿਆ ਤਾਂ ਕਿੱਥੇ ਬਣਿਆ, ਕਿੰਨੇ ਵਜੇ ਮੈਂ ਪਹੁੰਚਣਾ, ਕਿਹੜਾ ਸਮਾਨ ਮੈਂ ਨਹੀਂ ਲੈ ਕੇ ਜਾ ਸਕਦਾ, ਠੀਕ ਹੈ ਜੀ। ਪੂਰਵ ਵਾਚਨ ਜਿਹੜਾ ਸੀਗਾ ਐਕਸਟੈਂਸਿਵ ਰੀਡਿੰਗ ਹੋ ਗਈ ਤੁਹਾਡੀ ਇਹ, ਠੀਕ ਹੈ ਜੀ। ਸੋ ਸੌਰੀ, ਪੂਰਵ ਰੀਡਿੰਗ ਦੀ ਤੁਹਾਡੀ ਪ੍ਰੀ ਰੀਡਿੰਗ ਹੋ ਗਈ ਕਿ ਜਿਹੜੇ ਔਖੇ ਅੱਖਰ ਨੇ ਉਹਨਾਂ ਦਾ ਤੁਹਾਨੂੰ ਪਹਿਲਾਂ ਮਤਲਬ ਪਤਾ ਹੋਵੇ, ਤਾਂ ਕਿ ਤੁਸੀਂ ਉਹ ਜਦੋਂ ਪੜ੍ਹੋ ਪੈਰਾਗ੍ਰਾਫ ਜਾਂ ਲੈਸਨ ਪੜ੍ਹੋ ਤਾਂ ਤੁਹਾਨੂੰ ਉਹਦਾ ਮਤਲਬ ਚੰਗੇ ਤਰੀਕੇ ਨਾਲ ਸਮਝ ਆ ਜਾਏ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਰੀਡਿੰਗ ਦਾ ਪਾਰਟ ਜਿਹੜਾ ਸੀਗਾ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਔਰ ਇਹ ਪੜ੍ਹਨ ਦੀਆਂ ਕਿਸਮਾਂ ਨੇ। ਸੋ ਮੈਥਡਸ ਆਫ ਟੀਚਿੰਗ ਰੀਡਿੰਗ। ਨੋ, ਇਹ ਤਾਂ ਅਸੀਂ ਦੱਸ ਦਿੱਤਾ ਕਿ ਰੀਡਿੰਗ ਕਿਵੇਂ ਹੋਣੀ ਚਾਹੀਦੀ ਹੈ, ਕਿਸ ਤਰੀਕੇ ਦੀ ਰੀਡਿੰਗ ਹੁੰਦੀ ਹੈ। ਹੁਣ ਇਹਦੇ ਮੈਥਡ ਕਿਹੜੇ ਨੇ, ਪੜ੍ਹਾਉਣ ਦੇ ਕਿਹੜੇ ਮੈਥਡ, ਇਹ ਤਾਂ ਟੀਚਰ ਵਾਸਤੇ ਬਹੁਤ ਜ਼ਰੂਰੀ ਹੋ ਜਾਏਗਾ ਨਾ ਕਿ ਕਿਹੜੇ ਮੈਥਡ ਨੇ। ਐਲਫਾਬੈਟਿਕ ਮੈਥਡ, ਕੋਈ ਅੱਖਰ ਹੈ, ਲੈਟ ਅਸ ਸੇ ਕਾਰ, CAR, ਕਾਰ, ਠੀਕ ਹੈ ਜੀ। ਤਾਂ ਚਲੋ ਬੱਚੇ ਨੂੰ ਸਮਝ ਆ ਗਿਆ, CAR ਕਾਰ। CHAIR, ਠੀਕ ਹੈ ਜੀ। ਸੀ ਤਾਂ ਕਾ ਦੇ ਨਾਲ ਇੱਥੇ ਬੋਲਿਆ ਜਾਂਦਾ ਹੈ, ਇੱਥੇ ਇਹਨੂੰ ਚੇਅਰ ਬੋਲ ਰਹੇ ਹਾਂ ਨਾ। ਕਿਤੇ ਨਾ ਕਿਤੇ ਜਦੋਂ ਇਸ ਮੈਥਡ ਦੇ ਵਿੱਚ ਬੱਚਿਆਂ ਨੂੰ ਕਿਤੇ ਨਾ ਕਿਤੇ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਬੇਸਿਕਲੀ ਮੈਥਡ ਜਿਹੜਾ ਸੀਗਾ ਐਲਫਾਬੈਟਿਕ ਮੈਥਡ ਕੀ ਹੈ ਕਿ ਤੁਸੀਂ ਇੱਕ ਅੱਖਰ ਜੋੜ ਕੇ ਜਿਹੜਾ ਸੀਗਾ ਬੱਚੇ ਨੂੰ ਸਮਝਾਉਣਾ ਸ਼ੁਰੂ ਕਰੋ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਅਸੀਂ ਉਹ ਐਲਫਾਬੈਟਿਕ ਮੈਥਡ ਕਹਿ ਦਿੰਦੇ ਹਾਂ। ਸੋ ਫੋਨਿਕ ਮੈਥਡ, ਦੂਜਾ ਮੈਥਡ ਕਿਹੜਾ ਸਾਡਾ ਹੈ, ਫੋਨਿਕ ਮੈਥਡ ਹੈ। ਜਦੋਂ ਅਸੀਂ ਇੱਕ ਅੱਖਰ ਦੇ ਉੱਤੇ ਨਹੀਂ ਜ਼ੋਰ ਦਿੰਦੇ, ਇੱਕ ਵਰਡ ਦੇ ਉੱਤੇ ਜ਼ੋਰ ਦਿੰਦੇ ਹਾਂ ਔਰ ਅਸੀਂ ਉਹਨੂੰ ਬ੍ਰੇਕਅਪ ਕਰਦੇ ਹਾਂ। ਹੁਣ ਇਹੀ ਲਈਏ ਆਪਾਂ, ਠੀਕ ਹੈ ਜੀ। ਨਾਓ ਵਾਟ ਵੀ ਸੇ, ਦਿਸ ਇਜ਼ ਚੇਅਰ, CH ਇਜ਼ ਚ, ਠੀਕ ਹੈ ਜੀ। ਐਂਡ ਏਅਰ, ਚੇਅਰ। ਇਹ ਕਿਹੜਾ ਮੈਥਡ ਹੈ, ਇਹ ਫੋਨਿਕ ਮੈਥਡ ਹੈ ਕਿ ਜਦੋਂ ਇਹ ਦੋ ਅੱਖਰ ਇਕੱਠੇ ਕਰ ਦਿੱਤੇ ਗਏ ਤਾਂ ਇਹਨਾਂ ਦਾ ਮਤਲਬ ਕੀ ਨਿਕਲ ਗਿਆ, ਚ, CH ਇਜ਼ ਚ, ਠੀਕ ਹੈ। ਐਂਡ ਏਅਰ, AIR ਇਜ਼ ਏਅਰ, ਸੋ ਇਟ ਇਜ਼ ਚੇਅਰ। ਫੋਨੈਟਿਕ ਮੈਥਡ ਬੇਸਿਕਲੀ ਇਹ ਟੀਚਰਾਂ ਵਾਸਤੇ ਜ਼ਰੂਰੀ ਹੈ। ਅੰਗਰੇਜ਼ੀ ਦੇ ਵਿੱਚ ਤਕਰੀਬਨ 44 ਤਰੀਕੇ ਦੇ ਜਿਹੜੇ ਸੀਗੇ ਅਸੀਂ ਕਹਿ ਸਕਦੇ ਹਾਂ ਕਿ ਸਾਊਂਡਸ ਹੈਗੀਆਂ ਨੇ। ਸੋ 44 ਤਰੀਕੇ ਜਿਹੜੀਆਂ ਸਾਊਂਡਸ ਹੈਗੀਆਂ ਨੇ, ਬੱਚੇ ਨੂੰ ਤਾਂ ਉਹਨਾਂ ਸਾਊਂਡਸ ਬਾਰੇ ਹਾਲੇ ਨਹੀਂ ਪਤਾ, ਪਰ ਪ੍ਰੋਨਾਂਸੀਏਸ਼ਨ, ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਟੀਚਰ ਵਾਸਤੇ ਬਹੁਤ ਜ਼ਰੂਰੀ ਹੈ ਕਿ ਪ੍ਰੋਨਾਂਸੀਏਸ਼ਨ ਬਿਲਕੁਲ ਐਕੂਰੇਟ ਹੋਣੀ ਚਾਹੀਦੀ, ਠੀਕ ਹੋਣੀ ਚਾਹੀਦੀ ਹੈ। ਸੋ ਦੈਟ ਮੀਨਸ ਟੀਚਰ ਨੂੰ ਜਿਹੜਾ ਸੀਗਾ ਫੋਨੈਟਿਕ ਸੈਂਸ ਪ੍ਰੋਪਰ ਹੋਣੀ ਚਾਹੀਦੀ ਹੈ। ਤਾਂ ਇਹ ਟੀਚਰਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਹਰ ਇੱਕ ਅੱਖਰ, ਹੁਣ CAT ਕੈਟ, ਠੀਕ ਹੈ ਜੀ। A ਦੀ ਸਾਊਂਡ ਕੀ ਆ ਰਹੀ ਹੈ, ਇੱਥੇ ਇਸ ਤਰੀਕੇ ਨਾਲ ਆ ਰਹੀ ਹੈ, ਠੀਕ ਹੈ ਜੀ। BAT ਬੈਟ। ਇਹ ਹੋਰ ਵਰਡ ਦੇ ਵਿੱਚ ਇਹਦੀ ਹੁਣ ਫਾਦਰ, ਠੀਕ ਹੈ ਜੀ, ਇੱਥੇ
हाँ जी MA ਮੇਟ ਇੱਥੇ ਆ ਇਹ ਜਿਹੜਾ ਸੀਗਾ ਹੋਰ ਸਾਊਂਡ ਨਾਲ ਬੋਲ ਰਹੇ ਹਾਂ, ਇੱਥੇ ਅਸੀਂ ਆ ਨੂੰ ਕਿਸੇ ਹੋਰ ਸਾਊਂਡ ਨਾਲ ਬੋਲ ਰਹੇ ਹਾਂ, ਇੱਥੇ ਅਸੀਂ ਏ ਨੂੰ ਕਿਸੇ ਹੋਰ ਸਾਊਂਡ ਨਾਲ ਬੋਲ ਰਹੇ ਹਾਂ। ਸੋ ਦੈਟ ਮੀਨਸ ਬੱਚੇ ਨੂੰ ਜਦੋਂ ਅਸੀਂ ਸਿਖਾਉਣਾ ਹੈ ਤਾਂ ਉਹਦੇ ਵਾਸਤੇ ਕੀ ਜ਼ਰੂਰੀ ਹੈ ਕਿ ਟੀਚਰ ਵਾਸਤੇ ਜ਼ਰੂਰੀ ਹੈ ਕਿ ਉਹਦੇ ਫੋਨੈਟਿਕ ਮੈਥ ਜਿਹੜਾ ਸੀਗਾ ਉਹਨੂੰ ਉਹਦੇ ਬਹੁਤ ਪ੍ਰੋਪਰ ਹੋਣੇ ਚਾਹੀਦੇ ਨੇ। ਤਾਂ ਟੀਚਰਾਂ ਵਾਸਤੇ ਇਟ ਇਜ਼ ਇੰਪੋਰਟੈਂਟ ਫॉर द ਟੀਚਰਸ। ਵਰਡ ਮੈਥਡ ਦੇ ਵਿੱਚ ਇੱਕ ਫਲੈਸ਼ ਕਾਰਡ ਕਾਈਂਡ ਆਫ ਸਿਸਟਮ ਹੈ ਕਿ ਅਸੀਂ ਬੱਚੇ ਨੂੰ ਇੱਕ ਫੋਟੋ ਦਿਖਾਈ ਔਰ ਫੋਟੋ ਦਿਖਾ ਕੇ ਉਹਦੇ ਉੱਤੇ ਅਸੀਂ ਉਹਦਾ ਲਿਖਿਆ ਹੋਇਆ ਹੈ ਕਿ ਇੱਕ ਕੁੱਤੇ ਦੀ ਫੋਟੋ ਹੈ ਔਰ ਉੱਤੇ ਲਿਖਿਆ ਡੌਗ। ਨਾਓ ਬੱਚਾ ਉਹਨੂੰ ਸਮਝਦਾ ਕਿ ਨਾਓ ਦਿਸ ਇਜ਼ ਅ ਡੌਗ, ਠੀਕ ਹੈ। ਦਿਸ ਪਿਕਚਰ ਇਜ਼ ਆਫ ਅ ਡੌਗ, ਦਿਸ ਪਿਕਚਰ ਇਜ਼ ਆਫ ਅ ਕੈਟ, ਬਿੱਲੀ ਬਣਾਈ ਦੀ ਫੋਟੋ ਦਿਖਾਈ ਹੈ, ਉੱਪਰ ਕੈਟ ਲਿਖਿਆ ਹੋਇਆ ਹੈ। ਦਿਸ ਪਿਕਚਰ ਇਜ਼ ਆਫ ਅ ਕੈਮਲ, ਤਾਂ ਉਹਨੂੰ ਇਹ ਸਮਝ ਆਉਂਦਾ ਹੈ ਕਿ ਜਦੋਂ ਡੌਗ ਇਹ ਕੁੱਤਾ, ਠੀਕ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਪੰਜਾਬੀ 'ਚ ਮੈਂ ਉਹਨੂੰ ਕੁੱਤਾ ਬੋਲਦਾ, ਉਹਨੂੰ ਮੈਂ ਬਿੱਲੀ ਕਹਿੰਦਾ, ਪਰ ਉਹਨੂੰ ਇਹ ਸਮਝ ਆ ਗਈ ਕਿ ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਹੈ। ਕੁੱਤੇ ਨੂੰ ਡੌਗ ਕਿਹਾ ਜਾਂਦਾ ਹੈ, ਬਿੱਲੀ ਨੂੰ ਕੈਟ ਕਿਹਾ ਜਾਂਦਾ ਹੈ, ਊਂਠ ਨੂੰ ਜਿਹੜਾ ਕੈਮਲ ਕਿਹਾ ਜਾਂਦਾ ਹੈ, ਔਰ ਉਹ ਅੱਖਰਾਂ ਦੀ ਉਹਨੂੰ ਸਮਝ ਪੈ ਜਾਂਦੀ ਹੈ। ਵਾਂਸ ਅਗੇਨ ਜਿਹੜੇ ਵਿਜ਼ੂਅਲ ਇਮੇजेस ਨੇ ਔਰ ਲੈਂਗੁਏਜ ਸਕਿੱਲਸ ਨੇ ਉਹਦੀਆਂ ਉਸ ਤਰੀਕੇ ਨਾਲ ਉਹ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫਰੇਜ਼ ਮੈਥਡ ਜਿਹੜਾ ਸੀ ਮੁਹਾਵਰੇ ਟਾਈਪ ਦਾ ਸੀਗਾ, ਅੱਖਰ ਜਦੋਂ ਯੂਜ਼ ਕਰਦੇ ਹਾਂ ਦੈਟ ਇਜ਼ ਨੋਨ ਐਜ਼ ਅ ਫਰੇਜ਼ ਮੈਥਡ ਹੋ ਜਾਂਦਾ ਉਹ। ਸੈਂਟੈਂਸ ਮੈਥਡ, ਪੂਰਾ ਸੈਂਟੈਂਸ ਬੋਲ ਦਿੱਤਾ ਔਰ ਫਿਰ ਜਿਹੜਾ ਸੀਗਾ ਉਸ ਬੱਚੇ ਨੂੰ ਸਮਝਾਇਆ ਕਿ ਇਸ ਸੈਂਟੈਂਸ ਦਾ ਮਤਲਬ ਕੀ ਹੈ। ਮਾਈ ਨੇਮ ਇਜ਼ ਰਾਮ, ਮੇਰਾ ਨਾਮ ਰਾਮ ਹੈ। ਆਈ ਗੋ ਟੂ ਸਕੂਲ ਐਵਰੀ ਡੇ, ਮੈਂ ਹਰ ਰੋਜ਼ ਸਕੂਲ ਜਾਂਦਾ ਹਾਂ। ਤਾਂ ਇਸ ਤਰੀਕੇ ਨਾਲ ਜਦੋਂ ਸਮਝਾਇਆ ਜਾਂਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ, ਉਹਨੂੰ ਸੈਂਟੈਂਸ ਮੈਥਡ ਕਿਹਾ ਜਾਂਦਾ ਹੈ। ਔਰ ਸਟੋਰੀ ਮੈਥਡ ਦੇ ਵਿੱਚ ਕੀ ਹੈ ਕਿ ਇਹ ਸੈਂਟੈਂਸ ਦੀ ਇੱਕ ਹੋਰ ਐਕਸਟੈਂਡਡ ਫਾਰਮ ਆਪਾਂ ਕਹਿ ਸਕਦੇ ਹਾਂ। ਇਹਦੇ ਵਿੱਚ ਕੀ ਹੋ ਜਾਂਦਾ ਹੈ, ਪੂਰੀ ਕਹਾਣੀ ਸੁਣਾਈ ਜਾਂਦੀ ਹੈ ਔਰ ਉਸ ਕਹਾਣੀ ਦਾ ਮਤਲਬ ਜਿਹੜਾ ਸੀ ਬੱਚੇ ਨੂੰ ਸਮਝ ਆਉਣਾ ਚਾਹੀਦਾ, ਦੈਟ ਇਜ਼ ਨੋਨ ਐਜ਼ ਦਾ ਸਟੋਰੀ ਮੈਥਡ ਆਫ ਟੀਚਿੰਗ। ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਬੱਚਿਆਂ ਨੂੰ ਜਿਹੜੀ ਸੀ ਰੀਡਿੰਗ ਕਿਵੇਂ ਸਿਖਾਉਣੀ ਹੈ, ਇਹਨਾਂ ਤਰੀਕੇ ਨਾਲ ਜਿਹੜੀ ਸੀਗੀ ਰੀਡਿੰਗ ਉਹਨਾਂ ਨੂੰ ਸਿਖਾਈ ਜਾਣੀ ਚਾਹੀਦੀ ਹੈ। ਸਪਲੀਮੈਂਟਰੀ ਰੀਡਿੰਗ ਨੂੰ ਅਸੀਂ ਇੱਕ ਹੋਰ ਚੀਜ਼ ਜਿਹੜੀ ਸੀਗੀ ਮੈਂ ਰਹਿ ਗਈ ਸੀ ਇੱਥੇ, ਇਹਨੂੰ ਅਸੀਂ ਇੱਕ ਐਕਸਟੈਂਡਡ ਵੀ ਟੀਚਿੰਗ ਜਿਹੜਾ ਸੀਗਾ ਰੀਡਿੰਗ ਵੀ ਕਹਿ ਦਿੰਦੇ ਹਾਂ। ਇਹਨੂੰ ਹੋਰ ਕੀ ਕਹਿ ਦਿੰਦੇ ਹਾਂ, ਇਹਨੂੰ ਐਕਸਟੈਂਡਡ ਰੀਡਿੰਗ ਵੀ ਕਹਿ ਦਿੰਦੇ ਹਾਂ। ਲਾਸਟ ਪਾਰਟ ਆਫ ਲੈਂਗੁਏਜ ਇਜ਼ ਰਾਈਟਿੰਗ। ਜਦੋਂ ਬੱਚੇ ਨੇ ਸੁਣ ਕੇ ਉਹਨੂੰ ਬੋਲਣਾ ਸਿੱਖ ਲਿਆ ਔਰ ਸੁਣ ਕੇ ਬੋਲ ਕੇ ਉਸ ਤੋਂ ਬਾਅਦ ਉਹਨੂੰ ਪੜ੍ਹਨਾ ਸਿੱਖ ਲਿਆ, ਤਾਂ ਉਸ ਤੋਂ ਬਾਅਦ ਉਹਦਾ ਇੱਕ ਹੋਰ ਕੰਮ ਰਹਿ ਜਾਂਦਾ ਹੈ ਕਿ ਉਹਨੂੰ ਉਹ ਕਾਗਜ਼ ਦੇ ਉੱਤੇ ਉਹਨੂੰ ਐਕਸਪ੍ਰੈਸ ਵੀ ਕਰ ਸਕੇ, ਤਾਂ ਕਿ ਜਦੋਂ ਉਹ ਅੱਖਰਾਂ ਨੂੰ ਲਿਖੇ ਆਪਣੇ ਵਿਚਾਰਾਂ ਦਾ ਪ੍ਰਗਟ ਕਰ ਸਕੇ, ਆਪਣੇ ਵਿਚਾਰਾਂ ਨੂੰ ਜਿਹੜਾ ਸੀ ਉਹ ਕਾਗਜ਼ ਤੇ ਲਿਖ ਸਕੇ ਔਰ ਉਹਨਾਂ ਨੂੰ ਜਿਹੜਾ ਸੀਗਾ ਦੂਜਿਆਂ ਨੂੰ ਉਹ ਚੀਜ਼ ਸਮਝ ਆਣੀ ਸ਼ੁਰੂ ਹੋ ਜਾਵੇ। ਸੋ ਉਸ ਪ੍ਰੋਸੈਸ ਨੂੰ ਕੀ ਕਹਾਂਗੇ ਅਸੀਂ, ਉਹਨੂੰ ਕਹਾਂਗੇ ਅਸੀਂ ਰਾਈਟਿੰਗ ਕਹਾਂਗੇ। ਟੂ ਐਨੇਬਲ ਸਟੂਡੈਂਟ ਟੂ ਰਾਈਟ ਕਰੈਕਟ ਇੰਗਲਿਸ਼, to organize ideas and thoughts, to expand vocabulary, to develop power of imagination, to develop power of self-expression. So ਇਸ ਤਰੀਕੇ ਨਾਲ ਕੁਐਸਚਨ ਵੀ ਬਣ ਜਾਂਦੇ ਨੇ ਕਿ ਵੀ ਏਮ ਕੀ ਹੈ ਰਾਈਟਿੰਗ ਦਾ, to enable student to write correct English, to organize ideas and thoughts, expand vocabulary, develop power of imagination and develop power of self-expression. ਇਹਦੇ ਵਿੱਚ it is very important because ਇਹਨੂੰ ਵੀ ਯਾਦ ਰੱਖੋ। steps in writing, ਇਹਨੂੰ ਅਸੀਂ ਕੀ ਕਹਿੰਦੇ, ਇਹਨੂੰ ਕੋਡਰ ਕਹਿ ਦਿੰਦੇ ਹਾਂ। ਇਹਨੂੰ ਕੀ ਕਹਿ ਦਿੰਦੇ ਹਾਂ ਅਸੀਂ, ਕੋਡਰ ਕਹਿ ਦਿੰਦੇ ਹਾਂ, ਠੀਕ ਹੈ ਜੀ। C for collect the ideas, organize them, ਡਰਾਫਟ, ਉਹਨਾਂ ਨੂੰ ਇੱਕ ਉਹਦਾ ਡਰਾਫਟ ਬਣਾ ਲਓ ਹੁਣ ਉਹ, ਫਿਰ ਉਹਨੂੰ ਐਡਿਟ ਕਰ ਲਓ ਤੇ ਫਿਰ ਰੀਡਰਾਫਟ ਕਰ ਲਓ। ਦੈਟ ਮੀਨਸ ਜਦੋਂ ਵੀ ਕੋਈ ਚੀਜ਼ ਲਿਖਣੀ ਹੈ ਤਾਂ ਪਹਿਲਾਂ ਆਈਡੀਆਜ਼ ਨੂੰ ਕਲੈਕਟ ਕਰ ਲਓ। ਤੁਸੀਂ ਦੀਵਾਲੀ ਬਾਰੇ ਲਿਖਣਾ ਹੈ, ਠੀਕ ਹੈ, ਬੱਚੇ ਨੂੰ ਕਹੋ ਕਿ ਰਾਈਟ ਏ ਪੈਰਾਗ੍ਰਾਫ ਔਨ ਦੀਵਾਲੀ, ਠੀਕ ਹੈ ਜੀ। ਸੋ ਬੱਚਾ ਪਹਿਲਾਂ ਸੋਚੇਗਾ ਉਹਦੇ ਬਾਰੇ ਕੁਛ ਆਈਡੀਆਜ਼, ਦੀਵਾਲੀ ਵਾਲੇ ਦਿਨ ਕੀ ਹੁੰਦਾ ਹੈ, ਦੀਵਾਲੀ ਕਿਉਂ ਮਨਾਉਂਦੇ ਹਾਂ, ਅਸੀਂ ਉਸ ਦਿਨ ਕੀ ਕਰਦੇ ਹਾਂ, ਮੈਂ ਉਸ ਦਿਨ ਕੀ ਕੀਤਾ ਸੀਗਾ, ਮੈਨੂੰ ਮੈਂ ਉਸ ਦਿਨ ਪਟਾਕੇ ਚਲਾਏ ਸੀਗੇ। ਸੋ ਦੈਟ ਮੀਨਸ ਉਹਨੇ ਕੀ ਕੀਤਾ, ਉਹਨੇ ਜਿਹੜਾ ਸੀਗਾ ਸਾਰੇ ਆਈਡੀਆਜ਼ ਨੂੰ ਕਲੈਕਟ ਕਰ ਲਿਆ ਔਰ ਕਲੈਕਟ ਕਰਨ ਤੋਂ ਬਾਅਦ ਉਹਨੂੰ ਆਰਗੇਨਾਈਜ਼ ਕਰ ਲਿਆ, ਠੀਕ ਹੈ ਜੀ। ਪਹਿਲਾਂ ਕੀ ਆਉਣਾ ਚਾਹੀਦਾ, ਦੀਵਾਲੀ ਕਿਉਂ ਮਨਾਉਣੀ ਚਾਹੀਦੀ ਹੈ, ਕਿਉਂ ਮਨਾਈ ਜਾਂਦੀ ਹੈ, ਠੀਕ ਹੈ ਜੀ। ਔਰ ਉਸ ਦਿਨ ਜਿਹੜਾ ਸੀਗਾ ਕੀ ਕੀਤਾ ਜਾਂਦਾ ਹੈ, ਮੈਂ ਉਸ ਦਿਨ ਕੀ ਕੀਤਾ, ਉਹਦੇ ਨਾਲ ਮੈਨੂੰ ਕੀ ਖੁਸ਼ੀ ਮਿਲੀ। ਸੋ ਦੈਟ ਮੀਨਸ ਹੁਣ ਉਹਨਾਂ ਨੂੰ ਇੱਕ ਸੀਕੁਐਂਸ ਦੇ ਵਿੱਚ ਉਹਨੂੰ ਅਰੇਂਜ ਕਰ ਲਿਆ। ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਉਹਨੂੰ ਡਰਾਫਟ ਕਰ ਲਿੱਤਾ, ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਉਹਨੂੰ ਐਡਿਟ ਕਰ ਲਿਆ, ਉਸ ਨੂੰ ਦੁਬਾਰਾ ਦੇਖਿਆ, ਚੈੱਕ ਕਰ ਲਿਆ, ਠੀਕ ਹੈ ਜੀ, ਔਰ ਫਿਰ ਦੁਬਾਰਾ ਉਹਨੂੰ ਰੀਡਰਾਫਟ ਕਰ ਲਿਆ। ਸੋ ਦੈਟ ਮੀਨਸ ਸਟੈਪਸ ਇਨ ਰਾਈਟਿੰਗ ਕੀ ਹੋ ਗਏ ਸਾਡੇ, ਇਹ ਕੋਡਰ ਹੋ ਗਿਆ। ਕੋਡਰ ਦੇ ਵਿੱਚ ਇਹ 5 ਸਟੈਪ ਆ ਜਾਂਦੇ ਨੇ। ਇਹਨਾਂ 5 ਸਟੈਪ ਨੂੰ ਯਾਦ ਕਰ ਲਓ ਤਾਂ ਗੱਲਾਂ ਜਿਹੜੀਆਂ ਸੀ ਬਹੁਤ ਉਹ
ਸਿੰਪਲ ਹੋ ਜਾਂਦੀਆਂ। ਟੀਚਿੰਗ ਆਫ ਇੰਗਲਿਸ਼ ਗ੍ਰਾਮਰ ਨਾਓ, ਦਿਸ ਇਜ਼ ਆਲਸੋ ਵੈਰੀ ਵੈਰੀ ਇੰਪੋਰਟੈਂਟ ਪਾਰਟ ਆਲਸੋ ਕਿ ਅੰਗਰੇਜ਼ੀ ਗ੍ਰਾਮਰ, ਕਿਉਂਕਿ ਗ੍ਰਾਮਰ ਵਿਆਕਰਨ ਦਾ ਜਿਹੜਾ ਪੜ੍ਹਾਉਣਾ ਹੈਗਾ ਉਹ ਕਿਵੇਂ ਪੜ੍ਹਾਇਆ ਜਾਵੇ, ਉਹ ਇਹਦੇ ਤਿੰਨ ਮੈਥਡ ਜਿਹੜੇ ਹੋ ਜਾਂਦੇ, ਡਿਡਕਟਿਵ ਮੈਥਡ ਆ ਜਾਂਦਾ, ਇੰਡਕਟਿਵ ਮੈਥਡ ਆ ਜਾਂਦਾ ਔਰ ਕੰਟੈਕਸਚੁਅਲ ਮੈਥਡ ਆ ਜਾਂਦਾ। ਡਿਡਕਟਿਵ ਮੈਥਡ ਪੁਰਾਣਾ ਤਰੀਕਾ ਹੈ ਸਾਡਾ ਇਹ। ਉਹਦੇ 'ਚ ਕੀ ਹੈ, what is noun? Noun is the name of a name, place and a thing. ठीक है जी, name of a person, place and a thing is called a noun. What are the examples of noun? Ram is a noun, Chandigarh is a noun. ठीक है जी, ਸੋ ਇਸ ਤਰੀਕੇ ਨਾਲ ਜੈਸੇ ਉਹਨਾਂ ਨੂੰ ਐਕਸਪਲੇਨ ਕੀਤਾ ਜਾਂਦਾ ਹੈ। ਸੋ ਇਹ ਪੁਰਾਣਾ ਤਰੀਕਾ ਹੈ ਔਰ ਇਹ ਤਰੀਕਾ ਫੋਲੋ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂ? ਕਿਉਂਕਿ ਇਹਦੇ ਵਿੱਚ ਪਹਿਲਾਂ ਅਸੀਂ ਕੀ ਸਮਝਾ ਰਹੇ ਹਾਂ ਬੱਚੇ ਨੂੰ, ਰੂਲ ਦੱਸ ਰਹੇ ਹਾਂ, ਫਿਰ ਉਹ 'ਚ ਬਾਅਦ 'ਚ ਐਗਜ਼ਾਮਪਲਾਂ ਦੇ ਰਹੇ ਹਾਂ। ਠੀਕ ਹੈ ਜੀ, ਔਰ ਦਿਸ ਇਜ਼ ਏ ਡਿਸਕਾਰਡਡ ਮੈਥਡ ਹੈ। ਇੰਡਕਟਿਵ ਮੈਥਡ, ਇੰਡਕਟਿਵ ਮੈਥਡ ਦੇ ਵਿੱਚ ਕੀ ਹੋ ਗਿਆ, ਪਹਿਲਾਂ ਤਾਂ ਅਸੀਂ ਉਹਨੂੰ ਐਗਜ਼ਾਮਪਲ ਦਿੱਤੀ, ਰਾਮ ਇਜ਼ ਏ ਨਾਊਨ। ਠੀਕ ਹੈ ਜੀ, ਸੋ ਬੇਸਿਕਲੀ ਇਹਦੇ ਕੀ ਪਹਿਲਾਂ ਅਸੀਂ ਐਗਜ਼ਾਮਪਲ ਦੇ ਰਹੇ ਹਾਂ। ਠੀਕ ਹੈ ਜੀ, ਅਸੀਂ ਜਾਂ ਨਾਮ ਲਿਖ ਦਿੱਤੇ, ਰਾਮ, ਸ਼ਾਮ, ਸੁਧੀਰ, ਵਿੱਕੀ, ਅਸੀਂ ਨਾਮ ਲਿਖ ਦਿੱਤੇ। ਅਸੀਂ ਕੀ ਕਿਹਾ, ਥੀਜ਼ ਆਰ ਐਗਜ਼ਾਮਪਲਸ ਆਫ ਨਾਊਨ। ਸ਼ਹਿਰਾਂ ਦੇ ਨਾਮ ਲਿਖ ਦਿੱਤੇ ਅਸੀਂ, ਦਿੱਲੀ, ਬੰਬੇ, ਅੰਮ੍ਰਿਤਸਰ, ਚੰਡੀਗੜ੍ਹ, ਚੇਨਈ, ਮੁੰਬਈ, ਇਹ ਵੀ ਕੀ ਨੇ, ਇਹ ਨਾਮ ਨੇ ਐਂਡ ਦੇ ਆਰ ਨੋਨ ਐਜ਼ ਨਾਊਨ। ਸੋ ਇੱਕ ਹੀ ਤਰੀਕਾ ਇਹ, ਦਿਸ ਇਜ਼ ਦ ਇੰਡਕਟਿਵ ਮੈਥਡ ਹੈ ਤੁਹਾਡਾ ਇਹ। ਠੀਕ ਹੈ ਜੀ, ਵਾਂਸ ਅਗੇਨ ਦਿਸ ਇਜ਼ ਆਲਸੋ ਡਿਸਕਾਰਡਡ ਮੈਥਡ, ਇਸ ਚੀਜ਼ ਨੂੰ ਹੁਣ ਫੋਲੋ ਨਹੀਂ ਕੀਤਾ ਜਾਂਦਾ। ਕੰਟੈਕਸਚੁਅਲ ਮੈਥਡ, ਕੰਟੈਕਸਚੁਅਲ ਮੈਥਡ ਜਿਹੜਾ ਸੀਗਾ, ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੱਕ ਪੈਰਾਗ੍ਰਾਫ, ਇੱਕ ਸੈਂਟੈਂਸ ਲਿਖਿਆ, ਪੈਰਾਗ੍ਰਾਫ ਲਿਖਿਆ ਔਰ ਉਹਦੇ ਵਿੱਚ ਜਿਹੜਾ ਸੀਗਾ ਅਸੀਂ ਫਿਰ ਸਮਝਾਉਣ ਦੀ ਬੱਚੇ ਨੂੰ ਕੋਸ਼ਿਸ਼ ਕਰਦੇ ਹਾਂ ਔਰ ਬੱਚਾ ਫਿਰ ਆਪਣੀ ਅੰਡਰਸਟੈਂਡਿੰਗ ਨਾਲ ਸਮਝਦਾ ਉਸ ਚੀਜ਼ ਨੂੰ। ਰਾਮ ਇਜ਼ ਏ ਬॉय, ਹੀ ਗੋਜ਼ ਟੂ ਸਕੂਲ ਐਵਰੀ ਡੇ, ਹੀ ਇਜ਼ ਸਟੱਡਿੰਗ ਇਨ ਕਲਾਸ 7। ਠੀਕ ਹੈ, ਤੋ ਬੱਚੇ ਨੂੰ ਇਹ ਚੀਜ਼ ਜਿਹੜੀ ਸੀ ਹੌਲੀ ਹੌਲੀ ਸਮਝ ਆ ਜਾਏਗੀ। ਰਾਮ ਕੀ ਹੈ, ਅਸੀਂ ਟੀਚਰ ਦਾ ਸੀਗਾ, ਰਾਮ ਇਜ਼ ਨੇਮ ਆਫ ਏ ਪਰਸਨ ਔਰ ਇਹਨੂੰ ਕੀ ਕਿਹਾ ਜਾਂਦਾ, ਇਹਨੂੰ ਨਾउन ਕਿਹਾ ਜਾਂਦਾ। ਰਾਮ ਇਜ਼ ਏ ਬॉय, ਰਾਮ ਕੀ ਹੈ, ਇੱਕ ਲੜਕਾ ਹੈ, ਲੜਕਾ ਵੀ ਕੀ ਹੈ, ਇੱਕ ਇਹ ਨਾउन ਹੈ, ਉਹ ਖਾਸ ਨਾਮ ਹੈ, ਇੱਕ ਇਹ ਜਨਰਲ ਨਾउन ਹੈ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਬੱਚੇ ਨੂੰ ਗ੍ਰਾਮਰ ਜਿਹੜੀ ਸੀ ਉਹ ਸਮਝ ਆਉਣੀ ਚਾਹੀਦੀ। ਹੀ ਗੋਜ਼ ਟੂ ਸਕੂਲ ਐਵਰੀ ਡੇ, ਠੀਕ ਹੈ, ਇਹ ਹੀ ਕਿਹਦੇ ਵਾਸਤੇ ਵਰਤਿਆ ਗਿਆ ਹੈ, ਇਹ ਰਾਮ ਵਾਸਤੇ ਵਰਤਿਆ ਗਿਆ। ਜਦੋਂ ਅਸੀਂ ਕਿਸੇ ਅੱਖਰ ਨੂੰ ਕਿਸੇ ਨਾਮ ਦੇ ਵਾਸਤੇ ਵਰਤਿਆ ਜਾਂਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ, ਉਹਨੂੰ ਪ੍ਰਨਾਉਨ ਕਿਹਾ ਜਾਂਦਾ। ਤਾਂ ਬੱਚੇ ਨੂੰ ਇਹ ਗੱਲਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਸ ਤਰੀਕੇ ਨਾਲ ਜਦੋਂ ਅਸੀਂ ਗ੍ਰਾਮਰ ਪੜ੍ਹਾਉਂਦੇ ਹਾਂ ਤਾਂ ਉਸ ਚੀਜ਼ ਨੂੰ ਕੀ ਕਿਹਾ ਜਾਂਦਾ, ਉਹਨੂੰ ਕੰਟੈਕਸਚੁਅਲ ਮੈਥਡ ਕਿਹਾ ਜਾਂਦਾ ਹੈ ਐਂਡ ਦਿਸ ਇਜ਼ ਸੈਡ ਟੂ ਬੀ ਦ ਬੈਸਟ ਮੈਥਡ ਆਫ ਟੀਚਿੰਗ ਆਫ ਗ੍ਰਾਮਰ। ਲੈਂਗੁਏਜ ਟੀਚਿੰਗ ਮੈਥਡਸ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਜਿਹੜੇ ਸੀਗੇ ਕਿ ਲੈਂਗੁਏਜ ਨੂੰ ਪੜ੍ਹਾਉਣ ਦੇ ਕਿੰਨੇ ਤਰੀਕੇ ਨੇ ਔਰ ਕਿਵੇਂ ਕਿਵੇਂ ਪੜ੍ਹਾਈ ਜਾਣੀ ਚਾਹੀਦੀ ਹੈ, ਇਸ ਚੀਜ਼ ਨੂੰ ਅਸੀਂ ਦੇਖਦੇ ਹਾਂ ਕਿ ਕਿੰਨੇ ਤਰੀਕੇ ਨੇ। ਸੋ ਮਤਲਬ ਇਹ ਵੀ ਹੈ ਕਿ ਅਸੀਂ ਪੂਰਾ ਪੈਰਾਗ੍ਰਾਫ ਪੜ੍ਹਨ ਤੋਂ ਜਾਂ ਪੂਰਾ ਚੈਪਟਰ ਪੜ੍ਹਨ ਤੋਂ ਪਹਿਲਾਂ ਉਹਦੇ ਉੱਤੇ ਇੱਕ ਵਾਰ ਮੋਟੀ ਨਜ਼ਰ ਮਾਰ ਲਈਏ, ਸਾਨੂੰ ਪਤਾ ਹੋਵੇ ਉਹਦੇ ਵਿੱਚ ਕੀ ਉਹਦਾ ਹੈਡਿੰਗ ਕੀ ਹੈ, ਉਹਦੇ ਵਿੱਚ ਕੋਈ ਮੇਨ ਗੱਲ ਜਿਹੜੀ ਕੀਤੀ ਗਈ ਹੈ ਉਹ ਮੇਨ ਗੱਲ ਕੀ ਹੈ। ਜਦੋਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ, ਉਸ ਤੋਂ ਬਾਅਦ ਅਸੀਂ ਉਸ ਚੀਜ਼ ਨੂੰ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਉਹ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਇਸ ਚੀਜ਼ ਨੂੰ ਅਸੀਂ ਪ੍ਰੀ ਰੀਡਿੰਗ ਕਹਿੰਦੇ ਹਾਂ।